ਹੈਲੋ ਜੀ, ਕੀ ਹਾਲ ਹੈ ਸਾਰਿਆਂ ਦੇ। ਵੈਲਕਮ ਹੈ ਤੁਹਾਡਾ ਆਪਣੇ ਪਲੇਟਫਾਰਮ ਅਭੀਪੀਡੀਆ ਤੇ ਮੇਰਾ ਨਾਮ ਹੈ ਸ਼ਿਵਮ। ਮੈਂ ਤੁਹਾਡੇ ਲਈ ਅੱਜ ਸ਼ੁਰੂ ਕਰਨ ਜਾ ਰਿਹਾ ਮੈਥਸ ਦੀ ਇੱਕ ਨਵੀਂ ਸੀਰੀਜ਼, ਜਿਹਦੇ ਵਿੱਚ ਆਪਾਂ ਮੈਥਸ ਦੇ ਸਾਰੇ ਕਨਸੈਪਟਸ ਨੂੰ ਫੋਲੋ ਸਿੱਖਾਂਗੇ। ਠੀਕ ਹੈ, ਜਿਵੇਂ ਕਿ ਪਰਸੈਂਟੇਜ ਹੋ ਗਿਆ, ਰੇਸ਼ੋ ਹੋ ਗਿਆ, ਉਹਨਾਂ ਨੂੰ ਕੁਇਕਲੀ ਕਿਵੇਂ ਅਪਲਾਈ ਕਰਨਾ ਪੇਪਰ ਦੇ ਵਿੱਚ ਤੇ ਕਿਵੇਂ ਸੋਚਣਾ। ਤੇ ਇਹੀ ਜਿਹੜੇ ਕਨਸੈਪਟਸ ਨੇ, ਇਹੀ ਸਾਡੇ ਬਿਲਡਿੰਗ ਬਲੌਕਸ ਬਣਨਗੇ ਡਾਟਾ ਇੰਟਰਪ੍ਰੀਟੇਸ਼ਨ 'ਚ, ਹੈ ਨਾ। ਡੀਆਈ ਸਿੱਖਣਾ ਕੋਈ ਇਹ ਨਹੀਂ ਕਿ ਤੁਸੀਂ ਡਾਇਰੈਕਟਲੀ ਡੀਆਈ ਸਿੱਖ ਲਓ। ਡੀਆਈ ਤੋਂ ਪਹਿਲਾਂ ਆਪਾਂ ਨੂੰ ਲੋੜ ਹੁੰਦੀ ਹੈ ਕਿ ਆਪਣੇ ਕੋਲ ਪਰਸੈਂਟੇਜ ਦੀ ਸਾਰੀ ਇਨਫੋਰਮੇਸ਼ਨ ਹੋਵੇ। ਠੀਕ ਹੈ, ਰੇਸ਼ੋ ਕਿਵੇਂ ਅਪਲਾਈ ਹੁੰਦਾ, ਲੈਸ ਦੈਨ, ਗ੍ਰੇਟਰ ਦੈਨ, ਹੈ ਨਾ। ਇਹ ਸਾਰਾ ਕੁਝ ਆਪਣੇ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਉਹਨੂੰ ਕਨੈਕਟ ਕਰ ਪਾਉਂਦੇ ਹਾਂ ਡੀਆਈ 'ਚ। ਇਸੇ ਸੀਰੀਜ਼ ਦੇ ਅੰਦਰ ਆਪਾਂ ਸਾਰੇ ਇੰਪੋਰਟੈਂਟ ਚੈਪਟਰਸ ਹੋਰ ਵੀ ਕਵਰ ਕਰ ਦਾਂਗੇ। ਸਿੰਪਲ ਇੰਟਰਸਟ ਹੋ ਗਿਆ, ਪ੍ਰੋਫਿਟ ਐਂਡ ਲੋਸ ਹੋ ਗਿਆ, ਕੰਪਾਊਂਡ ਇੰਟਰਸਟ ਹੋ ਗਿਆ, ਹੈ ਨਾ, ਟਾਈਮ, ਵਰਕ ਐਂਡ ਰੇਟ ਹੋ ਗਿਆ। ਤੇ ਜੇ ਆਪਾਂ ਨੂੰ ਪਤਾ ਲੱਗਦਾ ਜਿਓਮੈਟਰੀ ਹੈ, ਆਪਾਂ ਜਿਓਮੈਟਰੀ ਫੋਲੋ ਕਰਾਂਗੇ। ਠੀਕ ਹੈ, ਇਸ ਸੀਰੀਜ਼ ਦੇ ਅੰਦਰ ਆਪਾਂ ਇਨ ਡੈਪਥ ਹਰ ਚੀਜ਼ਾਂ ਨੂੰ ਸਿੱਖਾਂਗੇ। ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਇਸ ਸੀਰੀਜ਼ ਤੋਂ ਬਾਅਦ ਜਿਹੜੇ ਇਹਨੂੰ ਆਪਾਂ ਅਰਥਮੈਟਿਕ ਮੈਥਸ 'ਚ ਕਵਰ ਕਰਦੇ ਹਾਂ ਨਾ, ਜੋ ਆਪਾਂ ਪੰਜਾਬ ਐਗਜ਼ਾਮਸ ਲਈ ਪੜ੍ਹ ਰਹੇ ਹਾਂ, ਜਿਹੜੇ ਚੈਪਟਰਸ ਨੇ ਇਹ ਅਰਥਮੈਟਿਕ ਮੈਥਸ 'ਚ ਆਉਂਦੇ ਨੇ, ਹੈ ਨਾ। ਮੇਰੀ ਕੋਸ਼ਿਸ਼ ਰਹੂਗੀ ਕਿ ਤੁਸੀਂ ਇੰਨਾ ਅਰਥਮੈਟਿਕ ਮੈਥ ਸਿੱਖ ਲਓ ਕਿ ਤੁਸੀਂ ਕਿਸੇ ਵੀ ਐਗਜ਼ਾਮ 'ਚ ਬਹਿ ਜਾਓ, ਇਸ ਤੋਂ ਬਾਅਦ ਤੁਹਾਨੂੰ ਦਿੱਕਤ ਨਾ ਆਵੇ। ਚਾਹੇ ਫਿਰ ਉਹ ਬੈਂਕਿੰਗ ਦਾ ਹੋਵੇ, ਚਾਹੇ ਫਿਰ ਉਹ ਐਸਐਸਸੀ ਦਾ ਹੋਵੇ। ਉਹ ਮੇਰੀ ਜ਼ਿੰਮੇਵਾਰੀ ਹੈ ਕਿ ਕਿਵੇਂ ਤੁਹਾਨੂੰ ਚੀਜ਼ਾਂ ਨੂੰ ਸਿਖਾਉਣਾ ਤੇ ਕਿਵੇਂ ਆਪਾਂ ਕਲਾਸ ਨੂੰ ਅੱਗੇ ਲੈ ਕੇ ਜਾਣਾ ਤੇ ਬੱਚਿਆਂ ਦੀ ਸਕਿੱਲ ਨੂੰ ਇੰਨਾ ਵਧੀਆ ਬਣਾ ਦੇਣਾ ਕਿ ਉਹਨਾਂ ਦੀ ਟੈਨਸ਼ਨ ਮੁੱਕ ਜੇ, ਹੈ ਨਾ। ਤੇ ਜੁੜੇ ਰਹੋ ਇਸ ਕਲਾਸ ਨਾਲ। ਸੈਸ਼ਨ ਨੂੰ ਲਾਈਕ ਕਰੋ, ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰੋ। ਬਹੁਤ ਹੀ ਅਸੀਂ ਇੱਕ ਨਵੀਂ WhatsApp ਕਮਿਊਨਿਟੀ ਬਣਾਈ ਹੈ ਹੁਣ ਇੱਕ, ਹੈ ਨਾ, ਜਿਹਦੇ ਵਿੱਚ ਆਪਾਂ ਸਿਰਫ ਪੰਜਾਬ ਦੇ ਐਗਜ਼ਾਮਸ ਨੂੰ ਟਾਰਗੇਟ ਕਰਦੇ ਹੋਏ ਅਸੀਂ ਉਸ WhatsApp ਕਮਿਊਨਿਟੀ ਨੂੰ ਬਿਲਡ ਕਰ ਰਹੇ ਹਾਂ। ਠੀਕ ਹੈ, ਜਿਹਦੇ ਵਿੱਚ ਤੁਹਾਨੂੰ ਸਾਰੇ ਨਵੇਂ ਅਪਡੇਟਸ ਮਿਲਣਗੇ। ਉਸੇ ਕਮਿਊਨਿਟੀ ਅੰਦਰ ਤੁਹਾਨੂੰ ਜਿੰਨੇ ਮੈਥਸ ਦੇ ਫਾਰਮੂਲਾਜ਼ ਨੇ, ਠੀਕ ਹੈ, ਇਸ ਕਲਾਸ ਦੀ PDF ਹੋਗੀ, ਠੀਕ ਹੈ, ਉਹ ਮਿਲੂਗੀ। ਉਹਦੇ ਇਲਾਵਾ ਡੇਲੀ ਵੋਕੈਬ ਦੇ, ਵਰਡ ਆਫ ਦਾ ਡੇ, ਈਡੀਐਮ ਆਫ ਦਾ ਡੇ, ਉਹ ਸਭ ਕੁਝ ਮਿਲਦਾ ਰਹੂਗਾ, ਤਾਂ ਕਿ ਤੁਹਾਡੀ ਜਿਹੜੀ ਇਹ ਨਹੀਂ ਹੈ ਕਿ ਤੁਹਾਡੀ ਹੋਲਿਸਟਿਕ ਤਿਆਰੀ ਹੋਵੇ। ਇਹ ਨਹੀਂ ਕਿ ਸਿਰਫ ਮੈਥਸ, ਜਿੰਨਾ ਵੀ ਸਭ ਕੁਝ ਇੰਪੋਰਟੈਂਟ ਹੈ ਉਹ ਸਭ ਤੇ ਆਪਾਂ ਫੋਕਸ ਕਰੀਏ। ਠੀਕ ਹੈ, ਚਲੋ ਹੁਣ ਸੈਸ਼ਨ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਹੈ ਨਾ, ਤੇ ਆਪਾਂ ਸੈਸ਼ਨ ਨੂੰ ਅੱਗੇ ਵਧਾਈਏ। ਠੀਕ ਹੈ, ਚਲੋ। ਅੱਛਾ, ਤੁਹਾਨੂੰ ਪਤਾ ਹੀ ਹੈ ਕਿ ਅਭੀਪੀਡੀਆ ਦੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਹਾਂ ਅਸੀਂ ਕਿਵੇਂ ਨਾ ਕਿਵੇਂ ਜਿਹੜੇ ਬੱਚਿਆਂ ਨੂੰ ਉਹਨਾਂ ਦੀ ਪ੍ਰੈਪਰੇਸ਼ਨ ਨੂੰ ਈਜ਼ੀ ਬਣਾਈਏ। ਉਸ ਨੂੰ ਦੇਖਦੇ ਹੋਏ ਅਸੀਂ ਲਾਂਚ ਕੀਤੇ ਆ ਮਾਈਕਰੋ ਕੋਰਸਿਸ, ਜਿਹਨਾਂ ਕੀ ਹੈ ਛੋਟੇ ਕੋਰਸਿਸ ਬੜੇ ਰਿਜ਼ਲਟਸ। ਅੱਛਾ, ਹੁਣ ਇਹ ਕਿਵੇਂ ਵਰਕ ਕਰਦੇ ਨੇ। ਜਿਹੜੇ ਬੱਚੇ ਤਾਂ ਪਹਿਲੇ ਸਾਡੇ ਨਾਲ ਜੁੜੇ ਉਹਨਾਂ ਨੂੰ ਪਤਾ ਹੋਣਾ, ਪਰ ਜਿਹੜੇ ਬੱਚੇ ਨਵੇਂ ਜੁੜ ਰਹੇ ਉਹਨਾਂ ਲਈ ਹੈ ਕਿ ਅਸੀਂ ਮਾਈਕਰੋ ਕੋਰਸਿਸ 'ਚ ਕੀ ਕਰਿਆ ਕਿ ਫੋਰ ਐਗਜ਼ਾਮਪਲ ਇੱਕ ਬੱਚਾ ਜਿਹੜਾ ਹੁਣ ਪਿਛਲੇ 1 ਸਾਲ ਤੋਂ ਤਿਆਰੀ ਕਰ ਰਿਹਾ, ਉਹਨੇ ਹੁਣ ਆਲਰੇਡੀ ਆਪਣੇ ਜਿਹੜੇ ਬੇਸਿਕਸ ਸੀ ਉਹ ਬਿਲਡ ਕਰ ਲਏ, ਬਟ ਸਮਹਾਓ ਉਹ ਕਿਸੇ ਨਾ ਕਿਸੇ ਚੀਜ਼ 'ਚ ਲੈਕ ਕਰਦਾ। ਉਹ ਹੁਣ ਕੋਈ ਵੀ ਟੌਪਿਕ ਹੋ ਸਕਦਾ, ਮੰਨ ਲਓ ਕਿ ਪੰਜਾਬ ਹਿਸਟਰੀ ਦਾ ਕੋਈ ਟੌਪਿਕ ਹੋ ਗਿਆ, ਮੈਥਸ ਦਾ ਕੋਈ ਟੌਪਿਕ ਹੋ ਗਿਆ। ਤੇ ਅਸੀਂ ਹੁਣ ਕੀ ਸੋਚਿਆ ਕਿ ਉਹ ਬੱਚੇ ਨੂੰ ਪੂਰਾ ਕੋਰਸ ਦੇਣ ਤੋਂ ਵਧੀਆ ਅਸੀਂ ਸਿਰਫ ਉਸੇ ਚੀਜ਼ ਦਾ ਉਹਨੂੰ ਕੋਰਸ ਦੀ ਜਿਹੜੀ ਉਹਨੂੰ ਲੋੜ ਹੈ। ਠੀਕ ਹੈ, ਕਿ ਤੁਸੀਂ ਸਿਰਫ ਇਸੇ ਕੋਰਸ ਨੂੰ ਲਓ ਤੇ ਆਪਣੇ ਕਨਸੈਪਟਸ ਨੂੰ ਬਿਲਡ ਕਰ ਲਓ। ਹੁਣ ਉਸੇ ਕੋਰਸ ਦੇ ਅੰਦਰ ਬੜੀ ਨੋਮੀਨਲ ਪ੍ਰਾਈਸ 'ਚ ਤੁਹਾਨੂੰ ਵੀਡੀਓਜ਼ ਵੀ ਮਿਲ ਰਹੀਆਂ ਨੇ, ਵੈਬ ਨੋਟਸ ਵੀ ਮਿਲ ਜਾਣਗੇ ਤੇ MCQs ਵੀ ਮਿਲ ਜਾਣਗੇ। ਆਓ ਮੈਂ ਦਿਖਾਵਾਂ ਕੀ ਹੈ ਉਸ 'ਚ। ਠੀਕ ਹੈ, ਆ ਦੇਖੋ, ਜਦ ਤੁਸੀਂ ਸਾਡੀ ਵੈਬਸਾਈਟ ਤੇ ਆਓਗੇ, ਠੀਕ ਹੈ, ਇਹ ਸਾਡੀ ਵੈਬਸਾਈਟ ਹੈ। ਠੀਕ ਹੈ, ਐਗਜ਼ਾਮਸ 'ਚ ਜਾਓ। ਠੀਕ ਹੈ, ਇੱਥੇ ਤੁਹਾਨੂੰ ਮਿਲਣਗੇ ਪੰਜਾਬ ਦੇ ਐਗਜ਼ਾਮਸ। ਨਾਲੇ ਮੈਂ ਦੱਸਣਾ ਚਾਹੁੰਦਾ ਸਾਡੀ ਸਾਰੀ ਵੈਬਸਾਈਟ ਸਾਡੀ ਅਪਡੇਟ ਹੋ ਗਈ ਹੈ ਤਾਂ ਕਿ ਹੋਰ ਯੂਜ਼ਰ ਫਰੈਂਡਲੀ ਹੋ ਜੇ ਇਹ। ਠੀਕ ਹੈ, ਹੁਣ ਫੋਰ ਐਗਜ਼ਾਮਪਲ ਮੈਂ ਪੰਜਾਬ ਗਵਰਨਮੈਂਟ ਲਾਈਡ ਐਗਜ਼ਾਮਸ 'ਤੇ ਕਲਿੱਕ ਕਰੂੰਗਾ। ਠੀਕ ਹੈ, ਹੁਣ ਇੱਥੇ ਕੀ ਹੈ, ਜਦੋਂ ਤੁਸੀਂ ਥੱਲੇ ਆਓਗੇ ਤੁਸੀਂ ਦੇਖੋਗੇ ਕਿ ਅਸੀਂ ਹਰ ਇੱਕ ਉਹਦੇ ਚੈਪਟਰ ਦੇ ਕਨਸੈਪਟਸ ਮਾਈਕਰੋ ਕੋਰਸਿਸ 'ਚ ਬਣਾਤੇ। ਫੋਰ ਐਗਜ਼ਾਮਪਲ ਮੰਨ ਲਓ ਮੈਂ ਜੀਕੇ ਦਾ ਕੁਝ ਪੜ੍ਹਨਾ ਇੱਥੋਂ। ਠੀਕ ਹੈ, ਮੈਂ ਜਨਰਲ 'ਚ ਜਾਊਂਗਾ ਤੇ ਵਿਊ ਸਟੱਡੀਜ਼ ਕਰੂੰਗਾ। ਹੁਣ ਦੇਖੋ, ਹਿਸਟਰੀ ਹੋ ਗਿਆ, ਜੋਗ੍ਰਾਫੀ ਹੋ ਗਿਆ, ਇੰਡੀਅਨ ਪੋਲਿਟੀ ਹੋ ਗਿਆ, ਇਨਵਾਇਰਨਮੈਂਟ ਹੋ ਗਿਆ, ਜਨਰਲ ਸਾਇੰਸ, ਇਹ ਸਭ ਦੇ ਮਾਈਕਰੋ ਕੋਰਸਿਸ ਬਣਾਤੇ ਨੇ। ਇਹ ਮਾਈਕਰੋ ਕੋਰਸਿਸ ਦਾ ਬੈਨੀਫਿਟ ਕੀ ਹੈ ਕਿ ਤੁਸੀਂ ਸਿਰਫ ਇਸੇ ਨੂੰ ਬਾਏ ਕਰੋ ਤੇ ਇਹਨੂੰ ਹੀ ਪੜ੍ਹੋ, ਕਿੱਥੋਂ ਹੋਰ ਪੜ੍ਹਨ ਦੀ ਲੋੜ ਨਹੀਂ ਹੈ। ਪੂਰਾ ਦਾ ਪੂਰਾ ਹੋਲਿਸਟਿਕ ਕੋਰਸ ਹੈ। ਜਿਵੇਂ ਕਿ ਮੈਂ ਇੱਥੇ ਕਲਿੱਕ ਕਰਦਾ, ਮੰਨ ਲਓ ਕਿ ਮੈਂ ਹਿਸਟਰੀ ਪੜ੍ਹਨੀ ਹੈ। ਠੀਕ ਹੈ, ਆ ਦੇਖੋ, ਤੁਸੀਂ ਇੱਥੇ ਆਓਗੇ, ਹੁਣ ਤੁਹਾਨੂੰ ਇੱਥੇ ਕਲਾਸ ਦੀ ਵੀਡੀਓ ਮਿਲ ਗਈ ਜੋ ਜ਼ਰੂਰੀ ਨੇ। ਠੀਕ ਹੈ, ਵੈਬ ਨੋਟਸ ਮਿਲ ਗਏ, ਨਾਲ ਦੀ ਨਾਲ ਪ੍ਰੈਕਟਿਸ MCQs ਮਿਲ ਗਏ। ਠੀਕ ਹੈ, ਉਹਦੇ ਇਲਾਵਾ ਜੇ ਕੋਈ ਬੱਚਾ ਹੁੰਦਾ ਜਿਹੜੇ PPSC ਵਗੈਰਾ ਤਿਆਰੀ ਕਰ ਉਹਨਾਂ ਲਈ ਵੀ ਯੂਜ਼ਫੁਲ ਹੈ। ਕਿਉਂ, ਇਹਦੇ ਵਿੱਚ ਤੁਹਾਨੂੰ ਸਬਜੈਕਟਿਵ ਕੁਐਸਚਨਸ ਵੀ ਮਿਲ ਜਾਂਦੇ ਆ ਕਿ ਹਾਂਜੀ ਤੁਸੀਂ ਜੇ ਕੁਝ ਰਾਈਟਿੰਗ ਦੀ ਪ੍ਰੈਕਟਿਸ ਕਰਨੀ। ਠੀਕ ਹੈ, ਤੇ ਪ੍ਰੈਕਟਿਸ MCQs ਦੇ ਵਿੱਚ ਇਹ ਨਹੀਂ ਕਿ ਡਾਇਨਾਮਿਕ MCQs ਨੇ ਜਿਹੜੇ ਹੁਣ ਮਤਲਬ ਰੀਸੈਂਟ ਐਗਜ਼ਾਮਸ 'ਚ ਪੁੱਛੇ ਗਏ ਨੇ, ਉਹਨਾਂ ਉਸੇ ਤਰੀਕੇ ਨਾਲ MCQs ਨੂੰ ਡਿਜ਼ਾਈਨ ਕੀਤਾ ਗਿਆ ਤਾਂ ਕਿ ਬੱਚਿਆਂ ਨੂੰ ਬਿਲਕੁਲ ਵਧੀਆ ਹੈਲਪ ਮਿਲੇ, ਉਹ ਆਪਣੇ ਪੇਪਰ ਸਕਸੈਸਫੁਲ ਹੋ ਸਕਣ ਤੇ ਬਹੁਤ ਸਾਰੇ ਨੰਬਰ ਲੈ ਕੇ ਆਉਣ, ਹੈ ਨਾ, ਕੋਈ ਕਮੀ ਨਾ ਰਹਿ ਜੇ ਨੰਬਰਾਂ 'ਚ ਤੇ ਮੈਰਿਟ 'ਚ ਟੌਪ ਕਰਨ। ਸਾਡਾ ਤਾਂ ਇਹੀ ਡਰੀਮ ਹੈ। ਚਲੋ ਸ਼ੁਰੂ ਕਰਦੇ ਆਪਾਂ ਅੱਜ ਦੇ ਸੈਸ਼ਨ ਨੂੰ ਪਰਸੈਂਟੇਜ ਦੇ ਨਾਲ। ਇਸ ਮਾਈਕਰੋ ਮੈਂ ਦੱਸਣਾ ਭੁੱਲ ਗਿਆ, ਇਸ ਮਾਈਕਰੋ ਕੋਰਸ ਦੀ ਜੇ ਹੋਰ ਇਨਫੋਰਮੇਸ਼ਨ ਲੈਣੀ ਹੈ, ਟੀਮ ਦਾ ਨੰਬਰ ਸਾਡੀ ਹਰ ਇੱਕ ਸਲਾਈਡ ਤੇ ਹੈ। ਠੀਕ ਹੈ, ਟੀਮ ਨੂੰ ਕੰਟੈਕਟ ਕਰਨ ਦਾ ਨੰਬਰ ਵੀ ਸਾਡੇ ਡਿਸਕ੍ਰਿਪਸ਼ਨ ਬਾਕਸ 'ਚ ਪਿਆ, ਉਹਨਾਂ ਨੂੰ ਕਾਲ ਕਰੋ, ਤੁਹਾਨੂੰ ਮਾਈਕਰੋ ਕੋਰਸ ਦੇ ਬਾਰੇ ਸਭ ਕੁਝ ਦੱਸਣਗੇ। ਇਹਦੇ ਇਲਾਵਾ ਕੁਝ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕਿ ਨਹੀਂ ਸਰ ਅਸੀਂ ਇਹਦੇ ਬਾਰੇ ਪੁੱਛਣਾ ਹੈ ਜਾਂ ਕਿਸੇ ਪੰਜਾਬ ਪੁਲਿਸ ਕਾਂਸਟੇਬਲ ਬਾਰੇ, ਹੈ ਨਾ, ਜਾਂ ਐਕਸਾਈਜ਼ ਇੰਸਪੈਕਟਰ ਬਾਰੇ, ਉਹਦੇ ਬਾਰੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਠੀਕ ਹੈ, ਚਲੋ ਆਪਾਂ ਆਪਣੇ ਸੈਸ਼ਨ ਸ਼ੁਰੂ ਕਰੀਏ।
चलो आओ देखिए कि पहला आप की पढ़ना कि व्हाट इज परसेंटेज। ठीक है, आ जाओ। ਚਲੋ ਆਓ ਸ਼ੁਰੂ ਕਰਦੇ ਹਾਂ। ਵਟ ਇਜ਼ ਪਰਸੈਂਟੇਜ। ਤੁਸੀਂ ਦੇਖੇ ਹੁਣ ਆਪਣੀ ਲਾਈਫ 'ਚ ਆਪਾਂ ਪਰਸੈਂਟੇਜ ਦਾ ਯੂਜ਼ ਸ਼ੁਰੂ ਤੋਂ ਕਰਦੇ ਆ ਰਹੇ ਹਾਂ। ਇਹ ਨਹੀਂ ਕਿ ਆਪਾਂ ਅੱਜ ਹੀ ਸ਼ੁਰੂ ਕਰ ਰਹੇ ਹਾਂ ਪਰਸੈਂਟੇਜ ਚੈਪਟਰ ਨੂੰ। ਹੁਣ ਤੁਸੀਂ ਥੋੜੇ ਬੜੇ ਹੋ ਗਏ ਜਾਂ ਆਪਾਂ ਬਚਪਨ 'ਚ ਸੀਗੇ, ਜਿੰਨੇ ਵੀ ਆਪਣੇ ਨੰਬਰ ਆਉਂਦੇ ਸੀਗੇ ਹੈ ਨਾ, ਆਪਾਂ ਜਿੰਨਾ ਵੀ ਕਲਾਸ 'ਚ ਸਕੋਰ ਕਰਦੇ ਸੀਗੇ, ਠੀਕ ਹੈ, ਉਹ ਪਰਸੈਂਟੇਜ ਦੇ ਬੇਸਿਸ ਤੇ ਹੀ ਚੈੱਕ ਹੁੰਦਾ ਸੀਗਾ। ਪਰਸੈਂਟੇਜ ਹੈ ਕਿਆ? ਪਰਸੈਂਟੇਜ ਹੈ ਨਾ, ਇਹਨੂੰ ਇਸ ਤਰੀਕੇ ਨਾਲ ਬ੍ਰੇਕ ਕਰ ਲਓ। ਪਰਸੈਂਟੇਜ ਦਾ ਮਤਲਬ ਹੈ ਕਿਸੇ ਚੀਜ਼ ਨੂੰ 100 ਨਾਲ ਡਿਵਾਈਡ ਕਰਕੇ ਆਪਾਂ ਉਹਦੀ ਵੈਲਿਊ ਕੈਲਕੂਲੇਟ ਕਰ ਰਹੇ ਕਿ 100 ਵਿੱਚ ਉਹਦੀ ਵੈਲਿਊ ਕੀ ਹੈ, ਇਹਨੂੰ ਹੀ ਆਪਾਂ ਪਰਸੈਂਟੇਜ ਕਹਿੰਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਹੁਣ ਕਿਵੇਂ ਕੈਲਕੂਲੇਟ ਕਰਦੇ ਹਾਂ। ਮੰਨ ਲਓ ਕਿ ਮੈਂ ਇੱਕ ਬਹੁਤ ਸਭ ਤੋਂ ਸਿੰਪਲੈਸਟ ਐਗਜ਼ਾਮਪਲ ਲੈਣਾ ਜੋ ਆਪਾਂ ਦੇਖਦੇ ਆ ਰਹੇ ਹਾਂ। ਤੁਸੀਂ ਮੰਨ ਲਓ ਜਦ ਆਪਣੇ 10th ਕਲਾਸ 'ਚ ਸੀਗੇ ਜਾਂ ਫਿਰ ਆਪਣੀ 12th ਕਲਾਸ 'ਚ ਸੀਗੇ ਹੈ ਨਾ, ਤੁਹਾਡੇ ਕੋਲ 5 ਸਬਜੈਕਟ ਸੀਗੇ। ਠੀਕ ਹੈ, ਮੈਂ ਇੱਥੇ ਲਿਖ ਰਿਹਾ S1 S2 S3 S4 ਤੇ S5। ਠੀਕ ਹੈ, ਹੁਣ ਮੰਨੋ ਕਿ ਇਹ ਜਿੰਨੇ ਵੀ ਪੇਪਰ ਸੀਗੇ ਆਊਟ ਆਫ 100 ਮਾਰਕਸ ਸੀਗੇ, ਮਤਲਬ ਮੈਕਸਿਮਮ ਮਾਰਕਸ ਕਿੰਨੇ ਸੀਗੇ? 100। ਜਨਰਲੀ 100 ਮਾਰਕਸ ਦਾ ਪੇਪਰ ਹੀ ਹੁੰਦਾ ਸੀ ਨਾ ਜਦ ਆਪਾਂ ਛੋਟੇ ਹੁੰਦੇ ਸੀਗੇ, ਹੈ ਨਾ। ਠੀਕ ਹੈ, ਹੁਣ ਮੈਂ ਕੀ ਕਹਿ ਰਿਹਾ ਕਿ ਤੁਸੀਂ 10th 'ਚ ਮੰਨ ਲਓ ਕਿ ਹਰ ਇੱਕ ਪੇਪਰ 'ਚ ਤੁਸੀਂ 90 ਮਾਰਕਸ ਸਕੋਰ ਕੀਤੇ। ਕਿੰਨਾ ਟੋਟਲ ਹੋ ਗਿਆ ਇਹ? ਠੀਕ ਹੈ, ਇਹ ਟੋਟਲ ਕਿੰਨਾ ਹੋ ਗਿਆ? 450। ਤੇ ਮੈਕਸਿਮਮ ਮਾਰਕਸ ਦਾ ਟੋਟਲ ਕਿੰਨਾ ਹੋ ਗਿਆ? 500। ਠੀਕ ਹੈ, ਹੁਣ ਮੈਂ ਪੁੱਛਦਾ ਕਿ ਤੁਸੀਂ 10th 'ਚ ਕਿੰਨੇ ਮਾਰਕਸ ਸਕੋਰ ਕੀਤੇ ਸੀ, ਤੁਹਾਡੀ ਪਰਸੈਂਟੇਜ ਕਿੰਨੀ ਸੀ? ਆਪਾਂ ਕਿਵੇਂ ਕੈਲਕੂਲੇਟ ਕਰਦੇ ਹਾਂ? ਮਾਰਕਸ ਸਕੋਰਡ ਬਾਈ ਮੀ, ਮਾਰਕਸ ਬਾਈ ਮੀ। ਠੀਕ ਹੈ, ਨੋਟਸ ਬਣਾਈ ਚੱਲੋ ਹੁਣ ਨਾਲ ਨਾਲ। ਪੀਪੀਟੀ ਵੈਸੇ ਮਿਲ ਜੂਗੀ ਤੁਹਾਨੂੰ ਸਾਡੀ WhatsApp ਕਮਿਊਨਿਟੀ ਤੋਂ ਵੀ ਮਿਲ ਜੂਗੀ, ਟੈਲੀਗ੍ਰਾਮ ਚੈਨਲ ਤੋਂ ਵੀ ਮਿਲ ਜੂਗੀ, ਪਰ ਆਪਣੇ ਨੋਟਸ ਖੁਦ ਬਣਾਓ। ਜਿਹੜੇ ਆਪਣੇ ਹੈਂਡਮੇਡ ਨੋਟਸ ਹੁੰਦੇ ਨਾ ਉਹ ਬੜੇ ਵੈਲਿਊਏਬਲ ਹੁੰਦੇ ਆ, ਕਿਉਂਕਿ ਆਪਾਂ ਨੂੰ ਪਤਾ ਹੁੰਦਾ ਕਿ ਫੋਰ ਐਗਜ਼ਾਮਪਲ ਮੈਂ ਕਿੱਥੇ ਕਿਸੇ ਚੀਜ਼ 'ਚ ਮਿਸ ਕਰ ਰਿਹਾ ਤਾਂ ਮੈਂ ਆਪਣੇ ਨੋਟਸ 'ਚ ਨਾ ਉਹ ਸਪੈਸ਼ਲ ਲਿਖ ਲੈਣਾ ਕਿ ਦਿਸ ਇਜ਼ ਅ ਵੈਰੀ ਕ੍ਰਿਟੀਕਲ ਥਿੰਗ, ਇਹਨੂੰ ਮੇਰਾ ਯਾਦ ਕਰਨਾ ਬਹੁਤ ਜ਼ਰੂਰੀ ਹੈ, ਜਾਂ ਇੱਥੇ ਨਾ ਮੈਂ ਕੋਈ ਨਾ ਕੋਈ ਗਲਤੀ ਕਰ ਦਾਂ, ਹੈ ਨਾ। ਤੇ ਇਸ ਕਰਕੇ ਆਪਣੇ ਹੈਂਡਮੇਡ ਨੋਟਸ ਬਣਾਓ। ਹੁਣ ਜਿੰਨਾ ਵੀ ਟਾਈਮ ਹੈ ਕੋਸ਼ਿਸ਼ ਕਰੋ, ਸਾਡੇ ਨਾਲ ਵੈਸੇ ਤਾਂ ਮੈਂ ਸਿਖਾ ਹੀ ਰਿਹਾ ਤੁਹਾਨੂੰ, ਪਰ ਜਿੰਨਾ ਮੈਂ ਜੋ ਲਿਖਾ ਰਿਹਾ ਲਿਖੀ ਚੱਲੋ। ਆਪਣੀ ਜਿਹੜੀ ਇੰਪੋਰਟੈਂਟ ਗੱਲ ਹੈ ਵੀਡੀਓ ਪੋਜ਼ ਕਰਕੇ ਉਹਨੂੰ ਲਿਖੋ ਕਿ ਹਾਂਜੀ ਇਸ 'ਚ ਇਹ ਜ਼ਰੂਰੀ ਹੈ ਨਾ, ਇਸ 'ਚ ਉਹ ਜ਼ਰੂਰੀ ਹੈ। ਠੀਕ ਹੈ, ਅਪੋਨ ਟੋਟਲ ਮਾਰਕਸ ਇਨਟੂ 100। ਕਿੰਨੀ ਆ ਗਈ 10th ਦੀ ਪਰਸੈਂਟੇਜ? 450 ਅਪੋਨ 500 ਇਨਟੂ 100। ਕਿੰਨਾ ਬਣ ਗਿਆ ਇਹ? 90%। ਆਇਆ ਸਭ ਨੂੰ ਕੱਢਣਾ? ਠੀਕ ਹੈ, ਸਭ ਨੂੰ ਹੁਣ ਨਿਕਾਲ ਸਕਦੇ ਹਾਂ ਕਿ ਨਹੀਂ? ਚਲੋ ਇੱਕ ਹੋਰ ਟਰਾਈ ਕਰੀਏ। ਹੁਣ ਆਪਾਂ 12th ਦੇ ਕੇਸ 'ਚ ਟਰਾਈ ਕਰਦੇ ਹਾਂ। ਠੀਕ ਹੈ, ਸੌਰੀ, ਚਲੋ ਹੁਣ 12th ਦੇ ਕੇਸ 'ਚ ਟਰਾਈ ਕਰਦੇ ਹਾਂ। 12th ਦੇ ਕੇਸ 'ਚ ਕਿਆ ਹੋਇਆ ਕਿ ਮੈਂ ਹੋਰ ਮਿਹਨਤ ਕੀਤੀ ਕਿ ਨਹੀਂ, ਮੇਰਾ 12th ਮੇਰਾ ਫਿਊਚਰ ਡਿਸਾਈਡ ਕਰਦੀ ਹੈ ਮੈਂ ਕਿਸ ਕਾਲਜ 'ਚ ਜਾਊਂਗਾ, ਕਿੱਥੇ ਪੜੂੰਗਾ। ਇਸ ਕਰਕੇ ਮੈਂ ਥੋੜਾ ਹੋਰ ਹਾਰਡ ਵਰਕ ਕਰਿਆ, ਮੈਂ ਇੱਥੇ ਆਪਣੇ ਨੰਬਰ ਹੋਰ ਇਨਕਰੀਜ਼ ਕਰ ਲਏ। ਹੁਣ ਮੈਂ ਕਿੰਨੇ ਸਕੋਰ ਕੀਤੇ? 95। ਠੀਕ ਹੈ, ਕਿੰਨਾ ਟੋਟਲ ਹੋ ਗਿਆ ਦੱਸੋ ਮੈਨੂੰ? ਸਾਰੇ ਜਣੇ ਐਡ ਕਰੋ, ਨਾਲ ਆਪਣੀ ਮੈਥ ਦੀ ਸਪੀਡ ਵੀ ਵਧਾਓ ਕਿ ਹਾਂ ਅਸੀਂ ਆਪਣੀ ਸਪੀਡ ਵਧਾ ਲਈਏ। ਇਹਦਾ ਐਡਵਾਂਟੇਜ ਮਿਲੂਗਾ ਤੁਹਾਨੂੰ, ਜਿੰਨਾ ਹੁਣ ਤੁਸੀਂ ਇੱਥੇ ਸਿੱਖੋਗੇ ਕਲਾਸ, ਜਿੰਨਾ ਐਡ ਖੁਦ ਕਰੋਗੇ ਉਨੀ ਜ਼ਿਆਦਾ ਤੁਹਾਨੂੰ ਐਡਵਾਂਟੇਜ ਮਿਲੂਗਾ। ਕਿੰਨਾ ਟੋਟਲ ਆਊਗਾ ਇਹਦਾ? 475 ਹੈ ਨਾ, 475। ਅੱਛਾ, ਹੁਣ ਮੈਂ ਪੁੱਛਣਾ ਕਿ 12th 'ਚ ਤੁਹਾਡੇ ਕਿੰਨੇ % ਮਾਰਕਸ ਆਏ ਸੀ? ਕਿਵੇਂ ਕੈਲਕੂਲੇਟ ਕਰੋਗੇ? 475 ਲਿਖਿਆ ਅਪੋਨ ਟੋਟਲ ਮਾਰਕਸ, ਫਿਰ ਤੋਂ 100 ਸੀਗੇ ਮੈਕਸਿਮਮ ਮਾਰਕਸ, ਇਨਟੂ 100। ਕਿੰਨਾ ਆ ਜਾਊਗਾ ਇਹ? ਕੈਲਕੂਲੇਟ ਕਰਕੇ ਦੱਸੋ ਮੈਨੂੰ ਛੇਤੀ, ਕਿੰਨਾ ਆਊਗਾ ਇਹ? ਕਰੋ ਦੇਖੋ ਹੁਣ ਕੈਲਕੂਲੇਟ ਕਿਵੇਂ ਕਰੀਦਾ ਇਹਨੂੰ? 00 ਨਾਲ 00 ਕੱਟ ਦੋ, 00 ਨਾਲ 00 ਕੱਟ ਦੋ। 5 ਦੇ ਟੇਬਲ ਚੈੱਕ ਕਰੋ, 47 475 ਕਿੱਥੇ ਕਿੱਥੇ ਆਊਗਾ? 5 9 ਦਾ ਕਿੰਨਾ ਹੁੰਦਾ? 45। ਤੇ ਆਪਣੇ ਕੋਲ ਕਿੰਨਾ ਆ ਗਿਆ? 9। ਉਹ ਤੋਂ ਬਾਅਦ 7 ਚੋਂ ਆਪਾਂ 45 ਚੋਂ 47 ਚੋਂ 2 ਮਾਈਨਸ ਕਰਾਂਗੇ, ਆਪਣੇ ਕੋਲ ਕਿੰਨਾ ਆਊਗਾ? 2 ਹੈ ਨਾ। ਤੇ ਉਹ ਤੋਂ ਬਾਅਦ 5 ਉਹਦਾ ਕੈਰੀ ਆ ਜਾਊ ਥੱਲੇ, ਆਪਣੇ ਕੋਲ ਕੀ ਆ ਜਾਊਗਾ? 95%। ਸਮਝ ਆਇਆ ਸਭ ਨੂੰ? ਕੈਲਕੂਲੇਟ ਕਰਨਾ ਆਇਆ ਕਿ ਕੀ ਪਰਸੈਂਟੇਜ ਆਪਾਂ ਕੱਢੀਆਂ ਨੇ ਇੱਥੇ? ਆਪਣੀ ਇੱਥੇ ਕਿੰਨੀ ਆ ਗਈ? 90, ਤੇ ਇੱਥੇ ਕਿੰਨੀ ਆ ਗਈ? 95।
5%। ਹੁਣੇ ਸਭ ਤੋਂ ਬੇਸਿਕ ਆਪਾਂ ਸਿੱਖਿਆ ਕਿ ਹਾਂਜੀ ਪਰਸੈਂਟੇਜ ਕਿਵੇਂ ਕੈਲਕੂਲੇਟ ਹੁੰਦੀ ਹੈ, ਪਰਸੈਂਟੇਜ ਕਿਆ ਕਿਆ ਹੁੰਦੀ ਹੈ। ਠੀਕ ਹੈ, ਇਹਨਾਂ ਸਭ ਦਾ ਹੋ ਗਿਆ। ਨੋਟਸ ਬਣਾ ਲਏ ਸਭ ਨੇ ਆਪਣੇ। ਠੀਕ ਹੈ, ਕੁਛ ਹੋਰ एग्जांपल ट्राई करिए इस तो बाद आप। चलो आओ बना लो स्क्रीनशॉट है ना, स्क्रीनशॉट ले लो, वैसा नोट्स से लिखो अपने, है ना, सब तो वही तरीका है नोट्स, सब तो वही तरीका है पढ़ने का। चलो हुण मैं इरेज करने लग गया। ठीक है, चलो हुण आपां देखते हैं कुछ होर केस देखते हैं कि आपां होर दसो की कर सकते हैं, होर कित्थे कित्थे परसेंटेज का यूज़ हुंदा। परसेंटेज का होर यूज़ किवें हुंदा, मान लो कि हुण अपने घरे कुछ एक्सपेंडिचर हो रहा है ना, ਹੁਣ ਤੁਸੀਂ ਅੱਗੇ ਅੱਗੇ ਜਦ ਕਮਾਉਣ ਲੱਗੋਗੇ ਹੈ ਨਾ, ਇਟਸ ਆਲ ਅਬਾਊਟ ਕਿ ਤੁਸੀਂ ਕਿੰਨਾ ਸਪੈਂਡ ਕਰ ਰਹੇ ਹੋ ਤੇ ਕਿੰਨਾ ਜ਼ਿਆਦਾ ਸੇਵ ਕਰ ਰਹੇ ਹੋ। ਮੰਨ ਲਓ ਕਿ ਮੇਰੀ ਅੱਜ ਸੈਲਰੀ 50,000 ਹੈ। ਠੀਕ ਹੈ, ਇਹ ਕਿਆ ਹੈ ਮੇਰੀ ਸੈਲਰੀ। ਠੀਕ ਹੈ, ਹੁਣ ਮੈਂ ਇਸ 'ਚ ਸੇਵਿੰਗ ਕਿੰਨੀ ਕਰ ਰਿਹਾ, ਜੋ ਮੇਰੀ ਇੱਕ ਆਦਤ ਹੈ ਨਾ, ਸਭ ਨੂੰ ਮੈਂ ਕਹਿੰਦਾ ਕਿ ਹਮੇਸ਼ਾ ਆਪਣੀ ਸੈਲਰੀ 'ਚੋਂ ਸਭ ਤੋਂ ਪਹਿਲਾਂ ਖਰਚਾ ਨਾ ਕਰੋ, ਸਭ ਤੋਂ ਪਹਿਲਾਂ ਸੇਵਿੰਗ ਕਰੋ। ਠੀਕ ਹੈ, ਸੇਵਿੰਗ ਕਿੰਨੀ ਕਰ ਲਈ ਤੁਸੀਂ ਕਿਹਾ ਸਰ ਮੈਂ 10,000 ਰੁਪੀਜ਼ ਸੇਵ ਕਰ ਰਿਹਾ, जो कि मेरा एमरजेंसी फंड है ना। ਇਹਦਾ मतलब मैं 40,000 सर स्पेंड कर रहा, ਇਹ ਕੀ ਕਰ ਰਿਹਾ मैं स्पेंड कर रहा। ਹੁਣ मैं जो पूछा ਤੁਸੀਂ अपनी सैलरी ਦਾ ਕਿੰਨਾ % सेव कर रहे हो ਤੇ ਕਿੰਨਾ % स्पेंड कर रहे हो, ਕਿਵੇਂ कैलकुलेट करोगे, परसेंटेज ऑफ सैलरी स्पेंट एंड परसेंटेज ऑफ सैलरी सेव। ठीक है, देखो स्पेंड कितना कर रहा सीगा, ਉਹਨੂੰ ਕੀ ਲਿਖਣਾ ਹੈ, ਜਿਸ ਬਾਰੇ ਪੁੱਛਿਆ ਉਹਨੂੰ ਉੱਪਰ ਲਿਖੋ, ਕਿੰਨਾ ਕਰ ਰਿਹਾ ਸੀਗਾ ਮੈਂ 10,000। ਸੇਵ ਕਿੰਨਾ, ਕਿੰਨੇ ਚੋਂ, ਆਊਟ ਆਫ ਟੋਟਲ 50,000। परसेंटेज ਚ ਕਨਵਰਟ ਕਰਨ ਲਈ ਕੀ ਕਰਨਾ ਹੈ, ਮਲਟੀਪਲਾਈ ਬਾਈ, ਚਲੋ ਕਿੰਨਾ ਆਊਗਾ ਦੱਸੋ, ਇਹ ਮੈਨੂੰ ਕੈਲਕੂਲੇਟ ਕਰੋ। 4 0 4 0 ਕੱਟ ਦੋ, 5 ਨੂੰ 100 ਟੇਬਲ ਤੇ ਕੱਟੋ, ਕਿੰਨਾ ਆਊਗਾ 20। ਕਿੰਨਾ ਆ ਗਿਆ ਤੁਹਾਡੇ ਕੋਲ 20%। ਹੁਣ ਮੈਂ ਪੁੱਛ ਰਿਹਾ ਕਿ ਪਰਸੈਂਟੇਜ ਆਫ ਸੈਲਰੀ ਸੇਵਡ ਕਿੰਨਾ ਆਊਗਾ, ਕਿੰਨੀ ਸੈਲਰੀ ਸੇਵ ਕਰ ਰਿਹਾ ਸੀਗਾ, ਉਹ ਉਲਟਾ ਕਰਤਾ ਹੈ ਨਾ ਆਪਾਂ ਇਹਨੂੰ ਚੇਂਜ ਕਰ ਲੈਂਦੇ ਹਾਂ, ਸੌਰੀ ਮੇਰੀ ਗਲਤੀ ਹੈ। ਇਹਨੂੰ ਕਰ ਲਓ ਸੇਵ, ਇਹਨੂੰ ਕਰ ਲਓ ਸਪੈਂਡ, ਹੈ ਨਾ। ਠੀਕ ਹੈ, समझ आ गया ना। सेव कितना कर रहे सी ਆਪਾਂ 10,000, 10,000 ਨੂੰ ਮੈਂ ਕਰਿਆ ਉੱਪਰ ਲਿਖਤਾ, ਆਊਟ ਆਫ 50,000, ਬਾਕੀ ਮੈਂ ਕਰਤਾ ਮੈਥਮੈਟੀਕਲ ਸੋਲੂਸ਼ਨ ਪ੍ਰੋਵਾਈਡ ਕਰਤਾ। ਹੁਣ ਮੈਂ ਕਹਿ ਰਿਹਾ ਪਰਸੈਂਟੇਜ ਆਫ ਸੈਲਰੀ ਸਪੈਂਡ, ਕਿੰਨੀ ਸੈਲਰੀ ਸਪੈਂਡ ਕਰ ਰਹੇ ਸੀ ਆਪਾਂ 40,000 ਆਊਟ ਆਫ 50,000 ਇਨਟੂ ਪਰਸੈਂਟੇਜ ਨੋਟ ਕਰਨ ਲਈ ਆਪਾਂ ਕੀ ਕਰਦੇ ਹਾਂ 100, ਕਿੰਨਾ ਆ ਜਾਊਗਾ ਆਪਣੇ ਕੋਲ 80%। ਆਇਆ ਸਭ ਦਾ 80% ਆਇਆ। ਇਹ ਨਾ ਸੋਚੋ ਕਿ ਮੈਂ ਇੰਨੀ ਛੇਤੀ ਕਿਵੇਂ ਕਰ ਪਾ ਰਿਹਾ, ਜਦ ਤੁਹਾਡਾ ਮੈਥ ਵੀ ਮੇਰੇ ਨਾਲ ਹੌਲੀ ਹੌਲੀ ਇੰਪਰੂਵ ਹੋਊਗਾ ਤਾਂ ਤੁਹਾਡਾ ਵੀ ਮੈਥ ਇਦਾਂ ਹੀ ਹੋਊਗਾ। ਹੌਲੀ ਹੌਲੀ ਮੈਂ ਕੋਸ਼ਿਸ਼ ਕਰ ਰਿਹਾ ਕਿ ਸਪੀਡ ਮੈਥਸ ਲੈ ਕੇ ਆਵਾਂ ਤੁਹਾਡੇ ਲਈ, ਠੀਕ ਹੈ, ਜਿਹਦੇ ਨਾਲ ਤੁਹਾਡੀ ਵੀ ਸਪੀਡ ਫਾਸਟ ਹੋਵੇ। ਦੂਸਰੀ ਗੱਲ ਥੋੜਾ ਜਿਹਾ ਆਫ ਟੌਪਿਕ ਜਾ ਕੇ, ਜੇ ਤੁਸੀਂ ਆਪਣੀ ਮੈਥਸ ਦੀ ਸਪੀਡ ਇਨਕਰੀਜ਼ ਕਰਨੀ ਹੈ ਸਭ ਤੋਂ ਪਹਿਲਾਂ ਟੇਬਲਸ ਸਿੱਖੋ, ਐਟਲੀਸਟ 1 ਤੋਂ ਲੈ ਕੇ 25 ਤੱਕ ਦੇ। ਉਹ ਤੋਂ ਬਾਅਦ ਸਕੁਏਅਰਸ ਸਿੱਖੋ 1 ਤੋਂ ਲੈ ਕੇ 30 ਤੱਕ ਦੇ, ਤੇ ਕਿਊਬਸ 1 ਤੋਂ ਲੈ ਕੇ 20 ਤੱਕ ਦੇ ਮਿਨੀਮਮ ਹੈ, ਐਟਲੀਸਟ ਹੈ, ਤੁਸੀਂ ਇਹ ਕਰਨਾ ਹੀ ਕਰਨਾ, ਇਹਨੂੰ ਸਟਾਰ ਮਾਰਕ ਕਰ ਲਓ ਆਪਣੀ ਕਾਪੀ 'ਚ ਕਿ ਇਹ ਤਾਂ ਅਸੀਂ ਕਰਨਾ ਹੀ ਕਰਨਾ। ਡੇਲੀ ਕਿਆ ਕਰਨਾ ਕਿ ਜਿਹੜੇ ਤੁਹਾਡੇ ਟੇਬਲਸ ਨੇ ਹੈ ਨਾ, ਜਾਂ ਜੋ ਵੀ ਮੈਂ ਚੀਜ਼ਾਂ 3 ਚੀਜ਼ਾਂ ਕਹੀਆਂ, ਇਹਨੂੰ ਆਪਣੀ ਜਿਹੜੀ ਤੁਹਾਡੀ ਜਿੱਥੇ ਤੁਸੀਂ ਬਹਿ ਕੇ ਪੜ੍ਹਦੇ ਹੋ ਉੱਥੇ ਪੇਸਟ ਕਰ ਲਓ, ਹੱਥ ਨਾਲ ਲਿਖ ਕੇ ਇਹਨੂੰ ਪੇਸਟ ਕਰ ਲਓ। ਜੇ ਯਾਦ ਨਹੀਂ ਹੋ ਰਿਹਾ ਜਾਂ ਕਿਸੇ ਦਿੱਕਤ ਆ ਰਹੀ ਹੈ, ਠੀਕ ਹੈ, 2-3 ਵਾਰ ਨਾ ਆਪਣੇ ਆਪ ਲਿਖਣਾ ਸਿੱਖੋ, ठीक है। पहली बार देख के लिखो, दूसरी बार देख के लिखो, तीसरी बार हाथ रखो तो लिखना शुरू करो, जिथे भुल गए फिर देख लो, चौथी बार करो, तुसीं देखोगे 5वीं 6वीं बार तक तुहानूं ये याद हो जाऊगा। इन्ना कोई बड़ी गल नहीं है, हर बच्चा इदां ही याद करता, कोई बच्चा कोई इदां नहीं हुंदा कि पिछों सीख के आ रहा, हर बच्चा इदां ही सीखता। बस ये गल है कि हर किसी सीखण दी पेस अलग हुंदी है। जिन्हां दी पेस स्लो है उन्होंने क्या करना कि उन्होंने एक्सट्रा एफर्ट देना, बस जिन्हां दी पेस स्लो है उन्होंने क्या करना, उन्होंने एक्सट्रा एफर्ट देना, ठीक है। चलो ਇਹਨੂੰ ਲਿਖ ਲਓ ਆਪਣੀ ਕਾਪੀ 'ਚ ਕਿ ਬਹੁਤ ਇੰਪੋਰਟੈਂਟ ਹੈ ਜੇ ਆਪਾਂ ਮੈਥਸ ਇੰਪਰੂਵ ਕਰਨਾ ਆਪਣਾ, ਠੀਕ ਹੈ। ਚਲੋ ਹੁਣ ਮੈਂ ਇੱਥੇ ਤੁਹਾਨੂੰ ਇੱਕ ਹੋਰ ਚੀਜ਼ ਸਿਖਾਣੀ ਸੀਗੀ, ਜਦ ਆਪਣੇ ਕੋਲ ਤੁਸੀਂ ਦੇਖ ਰਹੇ ਹੋ ਕਿ ਪਰਸੈਂਟੇਜ ਦਾ ਇੱਕ ਟੋਟਲ ਸਮ ਹੁੰਦਾ ਹਰ ਇੱਕ ਚੀਜ਼ ਦਾ, ਠੀਕ ਹੈ, 100% ਵਿੱਚੋਂ ਹੈ। ਦੇਖੋ ਮੇਰੀ ਪਰਸੈਂਟੇਜ ਆਫ ਸੈਲਰੀ ਸੇਵ ਕਿੰਨੀ ਸੀਗੀ 20%, ਤੇ ਸਪੈਂਟ ਕਿੰਨੀ ਸੀਗੀ 80%, ਕਿੰਨਾ ਦੇ ਰਿਹਾ ਇਹ 100%।
समझ रहे हो इस गल नूं? मैं तो की कहना चाहना कि जब मैं एक टोटल विचों किसी चीज़ नूं कैलकुलेट कर रहा उत्थे एडवांटेज क्या मिलता मैनू कि जब मैं चीज़ों नूं ऐड करदा तो हमेशा 100% आना चाहिए। मान लो हुण इसे केस से तुहानूं मैं केस समझाना। फॉर एग्जाम्पल जे मान लो मैं ना इदा कहता कि मेरी सैलरी 10% मैं सेव करना, 80% मैं स्पेंड कर देना, ਇਹਦੀ वैल्यू 90% है, तो ਜਿਹੜੇ ਇਨਕਮ ਟੈਕਸ ਵਾਲੇ ਪੁੱਛਣਗੇ ਕਿ ਸਰ ਤੁਹਾਡੇ ਬਣਦੀ ਤਾਂ 90% ਹੈ, ਜਿਹੜਾ ਤੁਸੀਂ ਸਾਨੂੰ ਹਿਸਾਬ ਦਿੱਤਾ ਤੁਸੀਂ 10% ਸੇਵ ਕਰ ਲਿਆ ਤੇ 80% ਸਪੈਂਡ ਕਰਤਾ, ਤੁਹਾਡੀ 10% ਸੈਲਰੀ ਕਿੱਥੇ ਹੈ ਜੀ? ਤੁਹਾਡੀ 10% ਸੈਲਰੀ ਕਿੱਥੇ ਹੈ? ਇਸ ਕਰਕੇ ਜਦ ਵੀ ਆਪਾਂ ਕੈਲਕੂਲੇਸ਼ਨ ਕਰ ਰਹੇ ਹਾਂ, ਜਿੰਨੀ ਕੈਲਕੂਲੇਸ਼ਨ ਕਰਾਂਗੇ ਪਰਸੈਂਟੇਜ 'ਚ, ਇਹ ਗੱਲ ਯਾਦ ਰੱਖਿਓ ਕਿ ਹਮੇਸ਼ਾ ਉਹਦਾ ਸਮ 100% ਆਣਾ ਹੀ ਚਾਹੀਦਾ। ਜਦੋਂ ਸਮ 100% ਨਹੀਂ ਆ ਰਿਹਾ ਇਹਦਾ ਮਤਲਬ ਆਪਾਂ ਕਿੱਥੇ ਨਾ ਕਿੱਥੇ ਐਰਰ ਕੀਤਾ ਹੈ। ਇਹ ਸਭ ਤੋਂ ਬੜਾ ਬੇਸਿਕ ਹੈ ਪਰਸੈਂਟੇਜ ਦਾ ਕਿ ਜਿਸ ਵੀ ਕੁਐਸਚਨ 'ਚ ਜਿਸ ਵੀ ਕਨਸੈਪਟ 'ਚ ਆਪਾਂ ਪਰਸੈਂਟੇਜ ਲਗਾ ਰਹੇ ਹਾਂ ਉਹਨਾਂ ਦਾ ਸਮ ਹਮੇਸ਼ਾ 100% ਆਣਾ ਚਾਹੀਦਾ। ਜੇ 100% ਨਹੀਂ ਆ ਰਿਹਾ ਇਹਦਾ ਮਤਲਬ ਆਪਣੇ ਤੋਂ ਕਿੱਥੇ ਨਾ ਕਿੱਥੇ ਐਰਰ ਹੋਇਆ ਹੈ। ਠੀਕ ਹੈ, ਇਸ ਐਗਜ਼ਾਮਪਲ ਆਪਣੀ ਕਾਪੀ 'ਚ ਲਿਖ ਲਓ। ਹੁਣ ਲਓ, लिख लिया सब ने? चलो हूँ इस चीज़ से उन्होंने खोज सिखाना चाहना इतने। ठीक है, जब आप डी आई पढ़ांगे है ना, मैं डी आई जो एक गल दसना चाहना, मान लो जब इदा पाई चार्ट आता ना, मान लो इस पाई चार्ट च ना मैं क्या करा, मैं 3-4 चीज़ा बनाती। ये पाई चार्ट च मान लो दिस इज ए, दिस इज बी, ए सी, ए डी ते ई, जोड़ा पूरा ए प्लस बी प्लस सी प्लस डी प्लस ई है ना, ए प्लस बी प्लस सी प्लस डी प्लस ई, ਇਹਦੀ वैल्यू भी हमेशा 100% ही आनी चाहिए है। ये भी गल हमेशा लिए याद कर लो, ये भी गल हमेशा लिए याद कर लो। ठीक है, लिख लिया सारे ने? चलो आओ अगे चलिए। हुण छोटा जिहा कंसैप्ट एक होर सीख लो फिर आपां अगे वधांगे। ठीक है, हुण हाल तक तो आपां ये सीखिया सी किसी नंबर नूं परसेंटेज च किवें कन्वर्ट करना। जे मेरे को नंबर ए है, मैं जब इहनूं 100 नाल मल्टीप्लाई करना तो ये नंबर A% बन गया। पर जे हुण A% तो वापस A ते जाना है, मैं करूँगा इनू डिवाइड बाय 100 कर दूँगा। मैं क्या करूँगा इनू डिवाइड बाय 100 कर दूँगा। फॉर एग्जाम्पल मान लो कि मेरे को 50% सीगा, हुण इस 50% नू मैं नंबर फॉर्म च कन्वर्ट करना है। मैं क्या करूँगा 50 डिवाइड बाय 100 कितना आ गया 1/2। पता है ना, कटिंग करती मैं इत्थे। ठीक है, इदा तो कितना आ गया मेरे को 1/2। हूँ देखो इस 1/2 फिर तो परसेंटेज कन्वर्ट करना है, मैं क्या करूँगा 1/2 इंटू 100 आ गया। देखो फिर तो 50%। इस ते भी स्टार बना लो कि जे आप परसेंटेज से नंबर ते जाना किमें करना है, नंबर तो फिर तो परसेंटेज आना आप की करना। समझ आ रही है ये गल? अच्छा, दूसरी गल हुण तुहानूं ये गल समझ आ गई ना, परसेंटेज आप कित्थे कित्थे होर यूज कर सकते हैं। फॉर एग्जाम्पल मान लो मेरे को एक टैंक है, एक रेक्टेंगुलर टैंक है। ठीक है, ये पिछे की डेप्थ भी है, ये सोचो कि 2D है 3D टैंक है। हुण अपने मम्मी जब आप छोटे होंदे सीगे अक्सर अपन कहते हैं जाके चैक करके कितना पानी है। हुण इत्थे परसेंटेज आते, मान लो इन्ना पानी है, इन्ना पानी है, इन्ना पानी है। आप अप्रोक्सीमेटली जो इत्थे है आप कहते सी मम्मी 50% या अद्धा टैंक भरिया होया। 50% का मतलब क्या होंदा? हाफ। क्यों? देखो हुण 50 नूं जब मैं 100 डिवाइड कर रहे हैं मेरे को कितनी वैल्यू आ रही है? हाफ। इस करके आप 50% नूं की कहने हैं कि अद्धा टैंक भरिया होया है ना। हुण मान लो जे इत्थे कोई वैल्यू है उन्होंने आप कहता कि 20% भरिया होया। कितना भरिया होया? 20%। तो जे मैं पूछां कि फ्रैक्शन च कितना होया, तो 20% नूं मैं की करूँगा डिवाइड बाय 100 कितना आ जाऊगा 1/5। 1/5। ठीक है, ये गल समझ आई सब नूं कि परसेंटेज का यूज कित्थे हुंदा है, परसेंटेज तो नंबर किवें कन्वर्ट हुंदा है, ते परसेंटेज हमेशा ऐड होकर 100% दूगी। तो इदा ही जिन्नी वैल्यूज ने, हुण मान लो फ्रैक्शन है, मान लो मेरे को 20 + 50 70 तो ऊपर 30% बच गया जोड़ा आ जी इन्हें फ्रैक्शंस करोगे ना, इन्हें फ्रैक्शंस बनाओगे, ये फ्रैक्शंस भी ऐड होकर हमेशा आपको 1 देनी चाहिए। फॉर एग्जाम्पल 1/2 + 1/5 + 1/3 ये सारिया भी आपको ऐड करके आपको कितना देना चाहिए? यदा वैल्यू 1 ही आनी चाहिए है, यदि वैल्यू 1 ही आनी चाहिए है। ठीक है, सारे जने इस गल समझ रहे हो कि नहीं? इस दे भी स्टार बना लो।
कि टोटल हमेशा 100% या 1 ही होंगी है वैल्यू। हुण समझ रहे हो 100% 1 किवें होऊगा? देखो फॉर एग्जाम्पल मैं 100% लिखा, 100% नूं मैं नंबर च कन्वर्ट करना, 100/100 करता, कितनी वैल्यू आ गई अपने को? समझ आया सब नूं? हुण ये नहीं किसी ने कहना कि सर असीं रट्टा मारते हैं, असीं ये करते हैं, असीं वो करते हैं। इस करके तुहाडे लई सिर्फ कंसैप्ट्स लैके आया मैं अज कि कंसैप्चुअल क्लैरिटी बिल्ड करो। जब तक कंसैप्चुअल क्लैरिटी नहीं होंदी ना तद तक हमेशा ही मैथ 'च दिक्कत आती है। इस करके बहुत सारे बच्चे मैथ तो डरते हैं। हुण तुहानूं समझ आया कि 100% की वैल्यू 1 होंदी है, तो जब अपने कोल कोई टोटल सिस्टम है ना, एक पूरा सिस्टम है, ਉਹਦੀ वैल्यू की हमेशा एडिशन करके 1 आना चाहिए या 100% बनना चाहिए? क्या आना चाहिए? 100% या 1 आना चाहिए। हुण सबनूं समझ आ गया कि वट इज़ परसेंटेज? जे नहीं आया कोई गल नहीं, वीडियो ने इत्थे पॉज करो, वापस जाओ, सारा कुछ दोबारा सीखो। ठीक है, आप 2-3 कंसैप्ट सीख ले कि वट इज़ परसेंटेज, किसी नंबर तो परसेंटेज किमें बनती है। ठीक है, दूसरी गल किसी परसेंटेज तो नंबर वापस किमें बनता है, टोटल सम 100% किमें हुंदा है, पाई चार्ट से अपने को 100% वैल्यू किमें आती है। ठीक है, तो आप परसेंटेज जी चीज़ आप कैलकुलेट करते हैं उन्होंने उपर रखते हैं, तो जिदे थ्रू कैलकुलेट करते थले रखते हैं, मल्टीप्लाई बाय 100 कर देंगे, है ना। अज आप हुणे 4 नवे कंसैप्ट सीख ले। समझ आ गया सबनों? टेंशन ना लो, अज क्वेश्चन भी करा के भेजांगे तुहानूं, पर उस तो पहले कुछ इंपोर्टेंट चीज़ां ने वो पढ़ लीए, उस तो बाद तुहानूं बहुत ईजी लगन लग जूगी हर चीज़। ठीक है, चलो आओ अगे चलिए। ओके, हुण ਜਿਹੜਾ ਬੱਚੇ परसेंटेज पढ़दा ਉਹਦੇ ਲਈ ਇਹ ਚਾर्ट बहुत ज़्यादा इंपोर्टेंट है। ये चार्ट का स्क्रीनशॉट ले लो, नहीं तो इस चार्ट की सारी वैल्यूज़ लिखो, सारी वैल्यूज़ एक बार लिख लो, तुहानूं सारी वैल्यूज़ मैं कैलकुलेट करके दिखाऊंगा कि किमें किमें क्या क्या वैल्यू क्यों आती है। कुछ मैं कैलकुलेट करूँगा, कुछ तुसीं कैलकुलेट करोगे, ताकि तुहाडा हत्थ बैठे मैथ ते कि मैथ किमें सॉल्व होंदा। ठीक है, अच्छा दूसरी गल है, तुसीं क्लास ये क्लासिस नूं हुण रैगूलरली फॉलो करना है ना, तो की कहने पूरी शिद्दत नाल फॉलो करना। ਤੁਸੀਂ ਸਟਾਰਟਿੰਗ 'ਚ ਮੈਂ ਖੁਦ ਹੀ ਕਹਿ ਰਿਹਾ ਸੀ ਕੈਲਕੂਲੇਟਰ ਦਾ ਯੂਜ਼ ਕਰੋ ਤਾਂ ਕਿ ਮੇਰੀ ਗੱਲ ਵੈਰੀਫਾਈ ਹੋ ਜਾਏ ਕਿ ਜੋ ਅੱਗੇ ਸਰ ਪੜ੍ਹਾ ਰਹੇ ਆ ਕਿ ਉਹ ਸਹੀ ਹੈ ਕਿ ਨਹੀਂ, ਉਹ ਵੈਲਿਊ ਨਜ਼ਦੀਕ ਹੈ ਕਿ ਨਹੀਂ। ਪਰ ਹੌਲੀ ਹੌਲੀ ਤੁਸੀਂ ਉਹਨੂੰ ਕੈਲਕੂਲੇਟਰ ਦੀ ਆਦਤ ਛੱਡ ਦੇਣੀ। ਜਿਹੜੀ ਤੁਸੀਂ ਮੈਥ ਦੀ ਪ੍ਰੈਕਟਿਸ ਵਿਦਆਊਟ ਕੈਲਕੂਲੇਟਰ ਨਹੀਂ ਕਰ ਪਾ ਰਹੇ, ਹੁਣ ਤੁਸੀਂ ਉਸ ਆਦਤ ਨੂੰ ਚੇਂਜ ਕਰਨਾ ਕਿ ਹਾਂ ਹੁਣ ਮੈਂ ਵਿਦਆਊਟ ਕੈਲਕੂਲੇਟਰ ਮੂਵ ਕਰ ਰਿਹਾ। ਜਿਵੇਂ ਕਿ ਹੁਣ ਤੁਸੀਂ ਘਰ ਦਾ ਕੋਈ ਸਮਾਨ ਲੈਣ ਜਾਂਦੇ ਹੋ, ਐਡੀਸ਼ਨ ਆਪਣੇ ਆਪ ਕਰੋ, ਕੈਲਕੂਲੇਟਰ ਦੇ ਥਰੂ ਨਾ ਕਰੋ, ਕੋਸ਼ਿਸ਼ ਕਰੋ ਮੈਂਟਲ ਐਡੀਸ਼ਨ ਦੀ। ਕੋਈ ਗੱਲ ਨਹੀਂ, ਥੋੜਾ ਜ਼ੋਰ ਪਊਗਾ ਦਿਮਾਗ ਤੇ, ਦਿਮਾਗ ਖੁੱਲੂਗਾ, ਹੈ ਨਾ। ਇੱਦਾਂ ਹੀ ਕੋਈ ਹੋਰ ਖਰਚਾ ਕਰ ਰਹੇ ਹੋ, ਉਹਨੂੰ ਸਪੈਂਡ, ਉਹਨੂੰ ਦੇਖੋ ਕਿੱਥੇ ਹੋ ਰਿਹਾ, ਕਿਉਂਕਿ ਲਾਈਫ ਇਜ਼ ਆਲ ਅਬਾਊਟ ਮੈਂਟਲ ਮੈਥਸ, ਕਿ ਤੁਸੀਂ ਥੋੜਾ ਜਿਹਾ ਤੁਹਾਨੂੰ ਮੈਂਟਲ ਮੈਥਸ ਯੂਜ਼ ਕਰਨਾ ਹੀ ਪੈਣਾ। ਬੱਚੇ ਬਹੁਤ ਜ਼ਿਆਦਾ ਬਚਦੇ ਨੇ, ਪਰ ਜੋ ਇੱਕ ਵਾਰ ਯੂਜ਼ ਕਰਨ ਲੱਗ ਜਾਂਦੇ ਫਿਰ ਈਜ਼ੀ ਵੀ ਬਹੁਤ ਜ਼ਿਆਦਾ ਹੋ ਜਾਂਦਾ, ਹੈ ਨਾ। ਤੁਸੀਂ ਦੇਖਿਆ ਹੀ ਹੋਣਾ ਯਾਰ ਕਿ ਜੋ ਲੋਕੀ ਕਿਰਿਆਨੇ ਦੁਕਾਨ ਤੇ ਕੰਮ ਕਰਦੇ ਨੇ ਉਹ ਕੋਈ ਸਪੈਸ਼ਲ ਡਿਗਰੀ ਥੋੜਾ ਲੈ ਕੇ ਬੈਠੇ ਮੈਥਸ 'ਚ, ਪਰ ਸਾਰਾ ਮੈਥਸ ਉਹ ਆਪਣੇ ਹੱਥ ਨਾਲ ਕੈਲਕੂਲੇਟ ਕਰ ਲੈਂਦਾ ਬੰਦਾ ਕਿ ਹਾਂਜੀ ਇੰਨਾ ਹੋਇਆ ਇੰਨਾ ਹੋਇਆ। ਜਾਂ ਈਵਨ ਚਾਹੇ ਲੇਬਰ ਹੈ ਉਹਨੂੰ ਵੀ ਪਤਾ ਹੁੰਦਾ ਕਿ ਸਰ ਇੰਨਾ ਹਿਸਾਬ ਬਣਦਾ ਇਸ ਕੰਮ ਦਾ, ਹੈ ਨਾ। ਤਾਂ ਇਸ ਕਰਕੇ ਬਸ ਇਹ ਹੈ ਕਿ ਉਹ ਡੇਲੀ ਉਸ ਚੀਜ਼ ਨੂੰ ਫੇਸ ਕਰਦੇ ਆ ਤਾਂ ਈਜ਼ੀ ਹੋ ਜਾਂਦਾ। ਜਿਵੇਂ ਕਿ ਡਰਾਈਵਿੰਗ, ਤੁਸੀਂ ਜ਼ਿਆਦਾ ਡਰਾਈਵ ਕਰੋਗੇ ਉਹਨਾਂ ਜ਼ਿਆਦਾ ਤੁਹਾਡਾ ਵਹੀਕਲ ਤੇ ਕੌਨਫੀਡੈਂਸ ਵੱਧਦਾ, ਹੈ ਨਾ। ਚਲੋ ਜੇ ਲਿਖ ਲਈ ਤਾਂ ਬਹੁਤ ਵਧੀਆ, ਨਹੀਂ ਤਾਂ ਸਕਰੀਨਸ਼ॉट ਲੈ ਲਓ, ਆਪਾਂ ਅੱਗੇ ਵਧੀਏ ਵੀਡੀਓ 'ਚ, ਹੈ ਨਾ। चलो आओ देखिए, पहली परसेंटेज क्या कहती है कि 1 जो फ्रैक्शन 1 है तब परसेंटेज 100 है, परसेंटेज 100 ये तो अपन पता ही है, मैं तो कैलकुलेट करके दिखाया। हुण 1/2 है 50% है, हाफ 50% होंगे, 1/3 33.33% होंगे। हुण नहीं विश्वास हो रहा तो इसे कैलकुलेट करो इन्हू खुद ही कि 1/3 × 100 करो, देखो कितनी वैल्यू आती है, कैलकुलेट करके देखो। जब तुम 100 ਨੂੰ 3 ਨਾਲ ਕੱਟੋਗੇ ਤੁਹਾਡੇ ਕੋਲ ਆਊਗਾ ਕਿ 3 3 ज़ा 9, ਫਿਰ ਤੋਂ 1 ਆਊਗਾ 9, ਉਹਨੇ 9 ਇਦਾਂ ਚੱਲੀ ਜਾਊਗਾ, ਸੌਰੀ 9 ਨਹੀਂ ਆਊਗਾ ਇੱਥੇ 3 ਆਊਗਾ, ਹੈ ਨਾ। ਇੱਥੇ 3 3 3 3 3 ਇਦਾਂ ਚੱਲਦਾ ਹੀ ਜਾਊਗਾ। ਤਾਂ ਕੀ ਹੁੰਦਾ, ਇਹ ਨॉन ਟਰਮੀਨੇਟਿੰਗ ਡੈਸੀਮਲਸ ਨੇ। ਆਪਾਂ ਇਹ ਵੀ ਕਨਸੈਪਟ ਪੜਾਂਗੇ ਟਰਮੀਨੇਟਿੰਗ ਨॉन ਟਰਮੀਨੇਟਿੰਗ ਕੀ ਹੈ, ਪਰ ਇਹ 'ਚ 33.3333 ਆਉਂਦਾ ਹੀ ਰਹਿੰਦਾ। ਇਸ ਕਰਕੇ ਆਪਾਂ ਇਹਨੂੰ ਜਾਂ ਤਾਂ 33.33 ਤੇ ਛੱਡ ਦਿੰਦੇ ਹਾਂ ਜਾਂ ਇਹਨੂੰ ਆਪਾਂ 33.1/3 ਲਿਖ ਦਿੰਦੇ, 33 ਲਿਖ ਦਿੰਦੇ। ਠੀਕ ਹੈ, ਜੇ ਹੁਣ ਤੁਸੀਂ ਇਹਨੂੰ ਵਾਪਸ ਕੈਲਕੂਲੇਟ ਕਰੋਗੇ ਨਾ 33 1/3 ਨੂੰ, ਤੁਸੀਂ ਦੇਖੋਗੇ ਗੱਲ ਫੇਰ ਸੇਮ ਉਹੀ ਬਣੂਗੀ। ਦੇਖੋ ਮੈਂ ਕਰਕੇ ਦਿਖਾਉਂਦਾ ਹੁਣ, ਜਿਵੇਂ 33 1/3 ਜਿਨ੍ਹਾਂ ਨੂੰ ਸੋਲਵ ਨਹੀਂ ਕਰਨਾ ਆਉਂਦਾ ਕੀ ਕਰੀਦਾ, ਇਸ ਨੰਬਰ ਨੂੰ ਇਸ ਨੰਬਰ ਨਾਲ ਮਲਟੀਪਲਾਈ, ਇਸ ਨੂੰ ਇਹਦੇ ਨਾਲ ਐਡੀਸ਼ਨ, 33 3 ज़ा 99 ਤਾਂ ਉੱਪਰ +1 ਕੀਤਾ 100 ਡਿਵਾਈਡ ਬਾਈ 3, ਇਹ ਸੀਗਾ ਪਰਸੈਂਟੇਜ 'ਚ। ਜੇ ਇਹਨੂੰ ਨੰਬਰ 'ਚ ਕਨਵਰਟ ਕਰਨਾ ਡਿਵਾਈਡ ਬਾਈ 100 बन गया। देखो फिर तो 1/3 बनया कि नहीं, समझ आया सब नूं, आया ना मज़ा। ਤਾਂ ਹੀ ਕਹਿ ਰਿਹਾ ਕੰਸੈਪਟ ਸਿੱਖੋ, ਜਿਨ੍ਹਾਂ ਦੇ ਕੰਸੈਪਟ ਸਿੱਖੋਗੇ ਉਹਨਾਂ ਦਾ ਈਜ਼ੀ ਹੋਊਗਾ। ਹੁਣ ਇਦਾਂ ਹੀ 1/4 ਨੂੰ ਸਿੱਖੋ ਕਰਨਾ,
25% बनता कि नहीं 1/4 ਨੂੰ? देखो 1/4 परसेंटेज कन्वर्ट करना इंटू 100 करिया कितना आ गया 25% बनूगा कि नहीं 25% ਨੂੰ फिर तो 1/4 बनाने ਲਈ डिवाइड बाय 100 देखो फिर तो 1/4 ਆਊਗਾ। ਹੁਣ ਤੁਹਾਡੀ ਡਿਊਟੀ ਹੈ ਕਿ ਤੁਸੀਂ ਇਸ ਚਾਰਟ ਨੂੰ ਆਪਣੇ ਹੱਥੋਂ ਲਿਖਣਾ ਤੇ ਇਸ ਚਾਰਟ ਨੂੰ ਆਪਣੀ ਸਟੱਡੀ ਟੇਬਲ ਤੇ ਪੇਸਟ ਕਰਨਾ। ਇਸ ਚਾਰਟ ਨੂੰ ਹੱਥੀਂ ਲਿਖਣਾ ਤੇ ਆਪਣੀ ਸਟੱਡੀ ਟੇਬਲ ਤੇ ਪੇਸਟ ਕਰਨਾ। ਜਦ ਤੱਕ ਇਹਨੂੰ ਪੇਸਟ ਨਹੀਂ ਕਰੋਗੇ ਯਾਦ ਨਹੀਂ ਕਰੋਗੇ ਪਰਸੈਂਟੇਜ ਦੇ ਕੁਐਸਚਨਾਂ 'ਚ ਫਸੋਗੇ। ਮੈਂ ਦੱਸ ਰਿਹਾ ਜ਼ਰੂਰੀ ਨਹੀਂ ਆਪਾਂ ਸਿਰਫ ਪੰਜਾਬ ਦੇ ਐਗਜ਼ਾਮ ਦੇਣੇ ਆ, ਸੈਂਟਰ ਦਾ ਵੀ ਕੋਈ ਐਗਜ਼ਾਮ ਦੇਣਾ ਪੈ ਗਿਆ ਇਹ ਚਾਰਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸਾਰੀ ਵੈਲਿਊਜ਼ ਹੁਣ ਤੁਸੀਂ ਤੁਹਾਡਾ ਹੋਮਵਰਕ ਕੀ ਹੈ ਤੁਸੀਂ ਇਹ ਸਾਰੀ ਵੈਲਿਊਜ਼ ਖੁਦ ਕੈਲਕੂਲੇਟ ਕਰਕੇ ਦੇਖਣੀ ਹੈ। ਚਾਰਟ ਲਿਖੋ ਦੇਖੋ ਕਿ ਜੋ ਮੈਂ ਲਿਖਾਇਆ ਸਹੀ ਹੈ ਕਿ ਨਹੀਂ। ਜੇ ਨਹੀਂ ਸਹੀ ਹੈ ਕੱਲ੍ਹ ਆ ਕੇ ਕਮੈਂਟ ਬਾਕਸ 'ਚ ਦੱਸੋ ਕਿ ਸਰ ਇਹ ਸਹੀ ਨਹੀਂ ਹੈ ਇਹ ਗਲਤ ਹੈ। ਠੀਕ ਹੈ ਜਿਹੜੀਆਂ 'ਚ ਇੰਪੋਰਟੈਂਟ ਵੈਲਿਊਜ਼ ਹੈ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਹੈ ਉਹ ਮੈਂ ਮਾਰਕ ਕਰ ਦੇਣਾ। ਪਹਿਲਾਂ ਤਾਂ ਇਹ ਸਾਰੀ ਇੰਪੋਰਟੈਂਟ ਨੇ ਠੀਕ ਹੈ। ਉਸ ਤੋਂ ਬਾਅਦ 1/11 ਬਹੁਤ ਇੰਪੋਰਟੈਂਟ ਹੈ 1/12 ਇੰਪੋਰਟੈਂਟ ਹੈ 1/15 ਇੰਪੋਰਟੈਂਟ ਹੈ ਤੇ ਆਪਣੇ ਕੋਲ 1/20 ਤੁਸੀਂ ਕੱਢ ਹੀ ਲਓਗੇ ਹੈ ਨਾ। ਠੀਕ ਹੈ ਇਹ ਤੇ 1/14 ਹੁਣ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਸਿਖਾਉਂਦਾ ਹੁਣ जब तुम थोड़े मैथ्स से ऑब्जर्वेंट बन जाओगे ना थोड़ा मैथ्स ना थोड़ा दर खुल जाऊगा तुम खुद भी चीज़ा सीखने लग जाओगे। हम देखो जिमें कि फॉर एग्जाम्पल मेरे को 1/7 है तो 1/14 है मेरे को की है 1/7 है 1/14 है 1/7 की जो तुम परसेंटेज वैल्यू कढ़ोगे ना तो तुहाडे कोल आऊगा 14.28%। कैलकुलेट करके देखियो फिर दसो। ਹੁਣ ਦੇਖੋ ਜੇ ਮੈਂ 1/14 ਨੂੰ क्या मैं इदा नहीं लिख सकता कि 1/7 × 2 है 1/7 × 2 है लिख नहीं सकता मैं लिख सकता बिल्कुल। मैनू पता कि 1/7 की वैल्यू 14.28% आती है। जे मैंने 2 नाल डिवाइड करना तो मैं कितना आऊगा 7.14। ਇਹਦਾ मतलब जे मैं 1/7 की वैल्यूज याद कर लिया जे मैं 1/7 की वैल्यू याद कर ली मैं 1/14 की वैल्यू अपने आप कट दूंगा डिवाइड बाय 2 करके है ना। जे मैंने 1/17 की वैल्यू याद है 1/7 की वैल्यू याद है सॉरी तो मैं 1/14 की वैल्यू अपने आप कट लूँगा क्योंकि मैंने कंसैप्ट मैं मैथ देख रहा कि ये 1/7 × 2 है 1/7 × 2 है 1/7 की वैल्यू कितनी है अपने को 14.28 ठीक है और 2 ਨਾਲ डिवाइड करेंगे अपने को आंसर कितना आ गया 7.14 ठीक है। ਇਹ ਚੀਜ਼ਾਂ ਤੁਸੀਂ ਹੁਣ ਸਿੱਖਣੀਆਂ ਨੇ। ਫॉर एग्जांपल ਹੁਣ ਮੈਨੂੰ ਮੰਨ ਲਓ ਕਿ ਮੇਰੇ ਕੋਲ 1/4 ਦੀ ਵੈल्यू ਕਿੰਨੀ ਹੈ 25%। ਹੁਣ ਜੇ ਮੈਂ ਇੱਥੇ ਹੀ 1/16 ਕਰਦਾ ਮੈਨੂੰ ਪਤਾ ਹੈ ਕਿ 1/16 ਕਿੰਨਾ ਹੁੰਦਾ 1/4 × 4 ਹੁੰਦਾ ਠੀਕ ਹੈ। ਮੈਂ ਇਹਨੂੰ ਕੀ ਕਰਿਆ ਮੈਨੂੰ ਪਤਾ 1/4 ਦੀ ਵੈल्यू ਮੇਰੇ ਕੋਲ ਕਿੰਨੀ ਹੁੰਦੀ ਹੈ 25% ਠੀਕ ਹੈ। ਹੁਣ ਇੱਕ ਥੱਲੇ ਖਾਲੇ 4 ਹੋਰ ਬਚਿਆ ਹੋਇਆ ਹੁਣ ਮੈਨੂੰ ਡਿਵਾਈਡ ਕਰੂੰ ਕਿੰਨਾ ਆਊਗਾ ਮੇਰੇ ਕੋਲ ਦੱਸੋ 6 ਪੁਆਇੰਟ ਦੱਸੋ 10 ਬਚ ਜੂਗਾ ਆਪਣੇ ਕੋਲ 6.25%। ਇਹਦਾ मतलब ਜੇ ਮੈਂ ਪਹਿਲੀ ਬੇਸਿਕ ਵੈਲਿਊਜ਼ ਯਾਦ ਕਰ ਲਈਆਂ ਜਿਹੜੀ ਆਹ ਵਾਲੀ ਵੈਲਿਊਜ਼ ਨੇ ਆਪਣੇ ਆਪ ਜਿਹੜੇ ਇਹਨਾਂ ਦੇ ਨੰਬਰਸ ਨੇ ਇਹਦੇ ਫੈਕਟਰਸ ਨੂੰ ਆਪਣੇ ਆਪ ਨਿਕਲਦੇ ਰਹਿਣਗੇ। ਆਪਣੇ ਕੋਲ ਕਿਹੜੀ ਵੈਲਿਊਜ਼ ਫਸ ਜਾਣਗੀਆਂ ਜਿਵੇਂ 1/13 ਹੋ ਗਿਆ ਕਿਉਂਕਿ ਇਹ ਪ੍ਰਾਈਮ ਨੰਬਰ ਹੈ ਇਹ ਵੀ ਸਿਖਾਵਾਂਗੇ ਸਭ ਸਿਖਾਵਾਂਗੇ। ਤੁਹਾਨੂੰ 1/13 ਯਾਦ ਕਰਨਾ ਪੈਣਾ 1/17 ਯਾਦ ਕਰਨਾ ਪੈਣਾ 1/19 ਯਾਦ ਕਰਨਾ ਪੈਣਾ ਬਾਕੀ ਨੰਬਰ ਤੁਸੀਂ ਆਪਣੇ ਆਪ ਕੈਲਕੂਲੇਟ ਕਰ ਸਕਦੇ ਹੋ ਕਿਉਂ ਕਿਉਂਕਿ ਉਹਨਾਂ ਦੇ ਫੈਕਟਰਸ ਨੇ ਜਿਹੜੇ ਇੱਥੇ ਨੰਬਰਸ ਨੇ ਜਿਹੜੇ ਕਿ ਇੱਥੇ ਨੰਬਰਸ ਨੇ। ਅੱਛਾ ਮੈਂ ਤੁਹਾਨੂੰ ਇੱਕ ਹੋਰ ਬੜੀ ਕਮਾਲ ਦੀ ਗੱਲ ਦੱਸਦਾ ਕਿ ਤੁਹਾਨੂੰ 1/9 ਤੇ 1/11 ਦੀ ਪਰਸੈਂਟੇਜ ਯਾਦ ਕਰਨ ਦੀ ਲੋੜ ਹੀ ਨਹੀਂ ਪੈਣੀ ਮੈਂ ਦੱਸਦਾ। ਫॉर एग्जांपल ਜਿਹੜੀ 1/9 ਦੀ ਵੈਲਿਊ ਚੱਲਦੀ ਹੈ ਨਾ ਇਹ ਇਦਾਂ ਚੱਲਦੀ ਹੈ 11.11%। ਹੁਣ ਜਦ ਤੁਸੀਂ 2/9 ਕਰੋਗੇ ਨਾ ਇਹ 22.22% ਹੋ ਜਾਊਗੀ 3/9 ਕਰੋਗੇ ਆਲਰੇਡੀ ਤੁਹਾਨੂੰ ਪਤਾ ਕਿੰਨਾ ਆਊਗਾ 33.33%। ਕਿਉਂ ਕਿਉਂਕਿ ਜਦ ਤੁਸੀਂ 3/9 ਨੂੰ ਕੈਲਕੂਲੇਟ ਕਰ ਰਹੇ ਹੋ 1/3 ਹੀ ਹੈ ਤੇ 1/3 ਦੀ ਵੈਲਿਊ ਇਹ ਹੁੰਦੀ ਹੈ। ਹੁਣ ਤੁਸੀਂ ਇੱਥੇ ਕੁਝ ਖਾਸ ਦੇਖ ਰਹੇ ਹੋ ਕਿ 11 12 33 ਇਹ ਸਾਰੇ ਕੀ ਨੇ 11 ਦਾ ਟੇਬਲ ਹੈ 11 ਦਾ ਟੇਬਲ ਹੈ। ਇਹਦਾ मतलब ਜੇ ਮੈਂ ਸਿਰਫ ਤੇ ਸਿਰਫ 1/9 ਦੀ ਵੈਲਿਊ ਕੈਲਕੂਲੇਟ ਕਰਨੀਆਂ ਨੇ 1/9 ਦੇ ਪਰਸੈਂਟੇਜ ਕੱਢਣਾ ਹੈ 2/9 3/9 4/9 5/9 ਉਹ ਕੁਝ ਵੀ ਨਹੀਂ ਹੈ ਉਹ ਕੀ ਹੈ ਸਿਰਫ ਤੇ ਸਿਰਫ 11 ਦਾ ਮਲਟੀਪਲ ਹੈ 11 ਦੇ ਮਲਟੀਪਲਸ ਨੇ ਇਹ 11 ਦਾ ਟੇਬਲ ਹੈ ਠੀਕ ਹੈ। ਹੁਣ ਸਿਮਿਲਰਲੀ ਜੇ ਤੁਸੀਂ ਇੱਥੇ ਆਉਂਦੇ ਹੋ ਮੰਨ ਲਓ ਮੈਂ 1/11 ਕੈਲਕੂਲੇਟ ਕਰਦਾ 1/11 ਦੀ ਵੈਲਿਊ ਤੁਹਾਡੇ ਕੋਲ ਕੀ ਆਊਗੀ 9.09%। ਹੁਣ ਇਹਦਾ ਤੁਸੀਂ 2/11 ਕਰਕੇ ਦੇਖਿਓ कैलकुलेटर चक्को फटाफट कैलकुलेट करो ये आऊगी 18.09
18%। 11 ਦੀ ਜਿਹੜੀ ਥੱਲੇ ਫ੍ਰੈਕਸ਼ਨ ਹੈ ਇਹਦੇ ਵਿੱਚ ਚੱਲਦਾ 9 ਦਾ ਟੇਬਲ, ਠੀਕ ਹੈ 9 ਟੇਬਲ। ਇਹਦਾ ਮਤਲਬ ਤੁਹਾਡੀ ਦੋ ਫ੍ਰੈਕਸ਼ਨਸ ਤਾਂ ਬਿਲਕੁਲ ਹੀ ਈਜ਼ੀ ਕਰਤੀਆਂ ਤੁਹਾਡੇ ਲਈ, ਕਿ ਜੋ ਕਿ 1/9 ਹੈ ਜੋ कि 1/9 है, 11 ਦਾ ਟੇਬਲ ਹੈ ਬਸ। ਤੇ 11 ਦਾ ਟੇਬਲ ਯਾਦ ਕਰਨਾ ਬਿਲਕੁਲ ਈਜ਼ੀ ਹੈ। 11 22 33 44 55 66 ਇਦਾਂ ਚੱਲਦਾ ਹੈ ਨਾ, ਪਤਾ ਨਾ ਸਭ ਨੂੰ? ਕੋਈ ਗੱਲ ਨਹੀਂ, ਜਿਹਨਾਂ ਨੂੰ ਨਹੀਂ ਪਤਾ ਘਬਰਾਓ ਨਾ, ਤੁਸੀਂ ਵੀ ਸਿੱਖ ਜਾਓਗੇ। ਬਸ ਗੱਲ ਇਹ ਹੈ ਪ੍ਰੈਕਟਿਸ ਕਰਨੀ ਹੈ, ਟੇਬਲਸ ਯਾਦ ਕਰਨੇ। ਜਿੰਨੇ ਜ਼ਿਆਦਾ ਟੇਬਲਸ ਯਾਦ ਕਰੋਗੇ ਉਨੀ ਛੇਤੀ ਤੁਹਾਨੂੰ ਚੀਜ਼ਾਂ ਸਮਝ ਆਉਣ ਲੱਗਣਗੀਆਂ। ਤੇ ਹੁਣ ਇੱਥੇ ਕੀ ਆਪਣੇ ਕੋਲ 1/11, ਇਹ ਕੀ ਆਪਣੇ ਕੋਲ 9 ਦਾ ਟੇਬਲ, ਇਹ ਆਪਣੇ ਕੋਲ 9 ਟੇਬਲ। ਲਿਖ ਲਓ ਆਪਣੇ ਨੋਟਸ 'ਚ ਇਹਨੂੰ ਛੇਤੀ ਛੇਤੀ, ਤਾਂ ਕਿ ਆਪਾਂ ਅੱਗੇ ਵਧੀਏ। ਇੰਪੋਰਟੈਂਟ ਪਰਸੈਂਟੇਜ ਚਾਰਟ ਦਾ ਕੀ ਕਰਨਾ, ਆਪਣੇ ਹੱਥ ਤੋਂ ਲਿਖਣਾ ਤੇ ਇਹਨੂੰ ਆਪਣੇ ਟੇਬਲ ਤੇ ਪੇਸਟ ਕਰਨਾ। ਇਹਨੂੰ ਆਪਣੇ ਹੱਥ ਤੇ ਲਿਖਣਾ ਤੇ ਟੇਬਲ ਤੇ ਪੇਸਟ ਕਰਨਾ ਜਿੱਥੇ ਤੁਸੀਂ ਪੜ੍ਹਦੇ ਹੋ। ਥੋੜੇ ਦਿਨਾਂ ਬਾਅਦ ਆਪਣੇ ਆਪ ਯਾਦ ਹੋ ਜਾਊਗਾ, ਫਿਰ ਫਾੜ ਕੇ ਸਿੱਟ ਦਿਓ, ਕੋਈ ਚੱਕਰ ਨਹੀਂ। ਤਦ ਤੱਕ ਆਪਾਂ ਕੀ ਕਰਨਾ, ਯਾਦ ਕਰਨਾ ਇਹਨੂੰ, ਹੈ ਨਾ। ਲਿਖ ਲਓ ਜੋ ਜੋ ਇੰਪੋਰਟੈਂਟ ਗੱਲਾਂ ਸੀਗੀਆਂ ਸਾਰੀਆਂ ਲਿਖ ਲਓ। ਚਲੋ ਅੱਗੇ ਚੱਲੀਏ, ਕੁਝ ਕੁਐਸਚਨ ਪ੍ਰੈਕਟਿਸ ਕਰੀਏ ਅੱਜ ਲਈ, ਤਾਂ ਕਿ ਆਪਾਂ ਨੂੰ ਥੋੜਾ ਥੋੜਾ ਹੋਰ ਸਮਝਾਉਣ ਲੱਗੇ ਹਾਲੇ ਤੱਕ ਆਪਾਂ ਕੀ ਪੜ੍ਹਿਆ, ਹੈ ਨਾ। ਚਲੋ ਆਓ, ਚਲੋ ਅੱਜ ਦਾ ਫਸਟ ਕੁਐਸਚਨ ਕਰਦੇ ਹਾਂ ਆਪਾਂ, ਹੈ ਨਾ। ਕੋਈ ਚੱਕਰ ਨਹੀਂ, ਘਬਰਾਣਾ ਨਹੀਂ ਹੈ। ਕੁਐਸਚਨ ਦੇਖ ਕੇ ਕੁਐਸਚਨ ਪੜ੍ਹੋ ਕੀ ਲਿਖਿਆ। ਥੋੜਾ ਜਿਹਾ ਕੁਐਸਚਨ ਲੈਂਦੀ ਲੱਗ ਰਿਹਾ, ਪਰ ਮੇਰਾ ਇਹ ਹੈ ਕਿ ਤੁਹਾਡਾ ਥੋੜਾ ਜਿਹਾ ਬ੍ਰੇਨ ਡਿਵੈਲਪ ਹੋਣਾ ਸ਼ੁਰੂ ਹੋਵੇ। ਜਦ ਤੱਕ ਇਹ ਬ੍ਰੇਨ ਡਿਵੈਲਪ ਨਹੀਂ ਹੋਗਾ ਮੈਂ ਪੁਸ਼ ਨਹੀਂ ਕਰੂੰਗਾ ਤੁਹਾਨੂੰ, ਤੁਸੀਂ ਵੀ ਨਹੀਂ ਪੁਸ਼ ਕਰਨਾ। ਹੁਣ ਇਸ ਕਲਾਸ 'ਚ ਬਸ ਮੇਰਾ ਇੱਕ ਹੀ ਕੰਮ ਹੈ ਕਿ ਤੁਸੀਂ ਪੁਸ਼ ਕਰੋ ਆਪਣੇ ਆਪ ਨੂੰ ਤੇ ਸਿੱਖੋ ਕੁਝ ਚੀਜ਼ਾਂ ਨੂੰ। ਦੇਖੋ ਕਹਿੰਦਾ ਵਟ ਇਜ਼ ਦੀ ਵੈਲਿਊ ਆਫ x if 25% of 480, 30% of 500 and x% of 90 is equal to 35% of 900। ਠੀਕ ਹੈ, ਆਪਾਂ ਕੈਲਕੂਲੇਟ ਕਰਨਾ, ਆਪਾਂ ਕੈਲਕੂਲੇਟ ਕਰਨਾ x%। ਠੀਕ ਹੈ, ਹੁਣ ਇੱਥੇ ਪਤਾ ਕਿਆ ਕੰਮ ਆਊਗਾ, ਜੋ ਤੁਹਾਨੂੰ ਪਿੱਛੇ ਸਿਖਾਇਆ ਸੀ ਨਾ, ਕਿ ਪਰਸੈਂਟੇਜ ਨੂੰ ਫ੍ਰੈਕਸ਼ਨ 'ਚ ਕਿਵੇਂ ਕਨਵਰਟ ਕਰਦੇ, ਪਰਸੈਂਟੇਜ ਨੂੰ ਫ੍ਰੈਕਸ਼ਨ 'ਚ ਕਿਵੇਂ ਕਨਵਰਟ ਕਰਦੇ। ਚਲੋ ਆਓ ਕੁਐਸਚਨ ਲਿਖਣਾ ਸ਼ੁਰੂ ਕਰੀਏ ਆਪਾਂ। ਆਫ ਦਾ ਮਤਲਬ ਕੁਝ ਵੀ ਨਹੀਂ ਹੁੰਦਾ, ਆਫ ਦਾ ਮਤਲਬ ਮਲਟੀਪਲਾਈ ਹੁੰਦਾ, ਠੀਕ ਹੈ। ਮਲਟੀਪਲਾਈ ਹੀ ਕਹਿੰਦੇ ਆ ਆਫ ਨੂੰ, ਆਫ ਨੂੰ ਕਿਆ ਕਹਿੰਦੇ ਆ, ਮਲਟੀਪਲਾਈ। ਲਿਖ ਲਓ ਜਿਹਨੂੰ ਨਹੀਂ ਪਤਾ ਸੀਗਾ। ਅੱਛਾ ਦੂਸਰੀ ਗੱਲ ਹੈ, ਜਿਨ੍ਹਾਂ ਨੂੰ ਅੱਜ ਦੀ ਕਲਾਸ 'ਚ ਕੁਝ ਨਹੀਂ ਸਮਝ ਆਊਗਾ, ਠੀਕ ਹੈ, ਉਹ ਕਮੈਂਟ ਬਾਕਸ ਆ ਕੇ ਮੈਂਸ਼ਨ ਕਰੋ ਕਿ ਸਰ ਸਾਨੂੰ ਇਹ ਚੀਜ਼ ਨਹੀਂ ਸਮਝੇ, ਰਿਪੀਟ ਕਰ ਦਿਓ। ਮੈਂ ਕੋਈ ਨਹੀਂ ਇੱਕ ਸ਼ੋਰਟ ਦੇ ਥਰੂ ਤੁਹਾਨੂੰ ਰਿਪੀਟ ਕਰ ਦੂੰਗਾ, ਹੈ ਨਾ। ਪਰ ਕੁਐਸਚਨ ਪੁੱਛੋ, ਘਬਰਾਉਣਾ ਨਹੀਂ ਹੈ। ਕਿ ਹਾਂ ਉਹ ਕਹਿੰਦੇ ਆ ਨਾ ਕਿ ਵਨ ਹੂ ਡਜ਼ਨਟ ਆਸਕ ਕੁਐਸਚਨ ਰਿਮੇਨਸ ਅ ਫੂਲ ਫॉर ਅ ਹੋਲ ਲਾਈਫ, ਹੈ ਨਾ। ਵਨ ਹੂ ਆਸਕਸ ਅ ਕੁਐਸਚਨਸ ਬਿਕਮਸ ਅ ਫੂਲ ਫॉर ਅ ਮੋਮੈਂਟ, ਬਟ ਵਨ ਹੂ ਡਜ਼ਨਟ ਆਸਕ ਅ ਕੁਐਸਚਨ ਰਿਮੇਨਸ ਅ ਫੂਲ ਫॉर ਹੋਲ ਲਾਈਫ, ਹੈ ਨਾ। ਇਸ ਕਰਕੇ ਜੇ ਕੋਈ ਡਾਊਟ ਹੈ ਕਮੈਂਟ ਬਾਕਸ 'ਚ ਆਓ, ਮੈਂਸ਼ਨ ਕਰੋ ਕਿ ਸਰ ਸਾਨੂੰ ਇਸ पर्टिकुलर मिनट से ये चीज़ समझ नहीं आई, सर सानू ये चीज़ समझे कि क्या है क्या नहीं, है ना। चलो यह क्या हो गया, इंटू 480 प्लस 30% ऑफ 500 प्लस x% ऑफ 90 इज इक्वल टू 35% ऑफ 900। ਹੁਣ ਦੇਖੋ ਇਸ ਕੁਐਸਚਨ ਸੋਲਵ ਕਰਨ ਦਾ ਤਰੀਕਾ क्या है, पहला परसेंटेज ਨੂੰ फ्रैक्शन ਚ ਕਨਵਰਟ ਕਰੋ, परसेंटेज ਨੂੰ फ्रैक्शन ਚ ਕਨਵਰਟ ਕਰੋ, ਠੀਕ ਹੈ। ਚਲੋ ਕਿਵੇਂ ਕਰਦੇ ਸੀਗੇ, 25% ਨੂੰ ਕਨਵਰਟ ਕਰਨ ਲਈ ਆਪਾਂ ਕੀ ਕਰਾਂਗੇ, 25/100 into 480 plus 30/100 into 500 plus x/100 into 90 is equal to 35/100 into 900। ठीक है, ਹੁਣ ਆਪਾਂ ਕੀ ਕਰਾਂਗੇ, ਕਟਿੰਗ ਕਰਾਂਗੇ। ਦੇਖੋ ਮੇਰਾ ਮੰਨਣਾ ਹੁੰਦਾ ਜਿਹੜੀ ਜ਼ੀਰੋਜ਼ ਨੂੰ ਜ਼ੀਰੋਜ਼ ਨਾਲ ਕੱਟਦੇ ਜਾਓ। ਫॉर एग्जांपल ਇਹ ਦੋ ਜ਼ੀਰੋਜ਼ ਨੂੰ ਦੋ ਜ਼ੀਰੋਜ਼ ਨਾਲ ਕੱਟ ਦੋ, ਠੀਕ ਹੈ।
ਹਮੇਸ਼ਾ ਕੋਸ਼ਿਸ਼ ਕਰੋ ਕਿ ਡਿਨੋਮੀਨੇਟਰ ਥੱਲੇ ਆਪਣੇ ਕੋਲ ਨਾ ਬਚੇ, ਕਿਉਂਕਿ ਡਿਨੋਮੀਨੇਟਰ ਹਮੇਸ਼ਾ ਤੰਗ ਕਰਦਾ, ਬੰਦਾ ਲਿਖਣਾ ਭੁੱਲ ਜਾਂਦਾ ਜਾਂ ਕੁਝ ਹੋਰ ਹੋ ਜਾਂਦਾ। ਤਾਂ ਜਿੱਥੇ ਤੇ ਡਬਲ ਜ਼ੀਰੋਜ਼ ਨੇ, ਡਬਲ ਜ਼ੀਰੋਜ਼ ਨਾਲ ਕੱਟ ਦੋ। ਆਪਣੇ ਕੋਲ ਇੱਥੇ ਕੀ ਆ ਗਿਆ 35 × 9, ਠੀਕ ਹੈ। ਇੱਥੇ ਇੱਕ ਜ਼ੀਰੋ ਨਾਲ ਕੱਟਤੀ, ਤਾਂ x/10 × 9 ਪਲਸ ਇੱਥੇ ਡਬਲ ਜ਼ੀਰੋ ਨਾਲ ਕੱਟਤੀ ਤੇ 30 × 5 ਮਲਟੀਪਲਾਈ ਕਰਤਾ, ਕਿੰਨਾ ਆ ਗਿਆ ਮੇਰੇ ਕੋਲ 150। ਸਭ ਨੂੰ ਸਮਝ ਆ ਰਿਹਾ ਇੱਥੇ ਤੱਕ? ਓਕੇ। ਹੁਣ ਇੱਥੇ ਬਹੁਤ ਈਜ਼ੀ ਹੈ, ਦੇਖੋ ਤੁਸੀਂ 1 ਨਾਲ ਕੱਟੋਗੇ ਨਾ ਤੁਸੀਂ ਫਸ ਜਾਓਗੇ। ਇਸ ਤੋਂ ਵਧੀਆ 25 ਨੂੰ 100 ਨਾਲ ਕੱਟ ਦਿਓ, ਆਪਣੇ ਕੋਲ ਆ ਜਾਊਗਾ ਇੱਥੇ 4, ਤੇ 4 ਦਾ ਇਹ ਡਾਇਰੈਕਟ ਮਲਟੀਪਲ ਹੈ। ਹੁਣ ਪੁੱਛ ਰਹੇ ਸਰ ਤੁਹਾਨੂੰ ਕਿਵੇਂ ਪਤਾ, ਕਿਉਂਕਿ ਮੈਂ ਟੇਬਲਸ ਯਾਦ ਕੀਤੇ ਹੋਏ ਨੇ। 4 12 ਦਾ 480 ਹੁੰਦਾ, ਤਾਂ ਆਪਣੇ ਕੋਲ ਇੱਥੇ ਕਿੰਨਾ ਆ ਜਾਊਗਾ 120। ਹੁਣ ਇਹ ਦੋ ਨੰਬਰਾਂ ਨੂੰ ਐਡ ਕਰੋ, ਕਿੰਨਾ ਆ ਗਿਆ ਤੁਹਾਡੇ ਕੋਲ 270 ਪਲਸ ਮੈਂ ਇਦਾਂ ਲਿਖਤਾ 9x/10। ਜਦ ਕੋਈ ਨੰਬਰ ਮਲਟੀਪਲਾਇਰ ਹੁੰਦਾ ਨਾ ਉਹਨੂੰ ਆਪਾਂ x ਨਾਲ ਮਲਟੀਪਲਾਈ ਆਪਾਂ 9x/10 ਵੀ ਲਿਖ ਸਕਦੇ ਹਾਂ। 35 × 9 ਕਿੰਨਾ ਹੋਊਗਾ ਮੇਰੇ ਕੋਲ ਦੱਸੋ? 9 5 ਦਾ 45, 5 ਆ ਗਿਆ ਇੱਥੇ, ਤੇ 9 3 ਦਾ ਹੁੰਦਾ 27, 27 ਚ 4 ਪਲਸ ਕਰਾਂਗੇ ਆਪਣੇ ਕੋਲ ਕਿੰਨਾ ਆਊਗਾ 315। 315 ਚੋਂ 270 ਮਾਈਨਸ ਕਰ ਦੋ, ਹੈ ਨਾ। ਜਦ ਵੀ ਕੋਈ ਪੋਜ਼ਿਟਿਵ ਨੰਬਰ ਦੂਸਰੀ ਤਰਫ ਜਾਂਦਾ ਉਹ ਕੀ ਹੋ ਜਾਂਦਾ ਨੈਗੇਟਿਵ ਹੋ ਜਾਂਦਾ। ਜਦ ਵੀ ਕੋਈ ਪੋਜ਼ਿਟਿਵ ਨੰਬਰ ਦੂਸਰੀ ਤਰਫ ਜਾਂਦਾ ਉਹ ਕੀ ਹੋ ਜਾਂਦਾ ਨੈਗੇਟਿਵ ਹੋ ਜਾਂਦਾ, ਠੀਕ ਹੈ। ਮੇਰੇ ਕੋਲ ਕੀ ਆਊਗਾ ਇੱਥੇ 9x/10 ਇਜ਼ ਇਕੁਅਲ ਟੂ 315 ਮਾਈਨਸ 270। ਕਿੰਨਾ ਆ ਜਾਊਗਾ ਇਹ ਦੱਸੋ? ਚਲੋ ਛੇਤੀ ਕਰੋ, ਦੱਸੋ ਕਿੰਨਾ ਆ ਜਾਊਗਾ ਇਹ? 45 ਆ ਜਾਊਗਾ, 45 ਆ ਜਾਊਗਾ, ਬਿਲਕੁਲ ਸਹੀ। ਦੇਖੋ ਹੁਣ ਇਹਦਾ ਮਤਲਬ ਇਹ ਕਿੰਨਾ ਆ ਗਿਆ ਕਿ 9x/10 ਇਜ਼ ਇਕੁਅਲ ਟੂ 45। ਹੁਣ ਦੇਖੋ ਜਿਹੜਾ ਨੰਬਰ ਉੱਪਰ ਹੁੰਦਾ ਉਹ ਥੱਲੇ ਜਾ ਕੇ ਡਿਨੋਮੀਨੇਟਰ ਬਣ ਜਾਂਦਾ, ਜਿਹੜਾ ਨੰਬਰ ਡਿਨੋਮੀਨੇਟਰ ਹੁੰਦਾ ਰਾਈਟ ਲੈਫਟ ਹੈਂਡ ਸਾਈਡ ਉੱਪਰ ਜਾ ਕੇ ਨਿਊਮਰੇਟਰ ਬਣ ਜਾਂਦਾ। ਤਾਂ ਕਿੰਨਾ ਹੋਊਗਾ x ਇਜ਼ ਇਕੁਅਲ ਟੂ 45/9 × 10। ਇਹਨੂੰ ਇਹਦੇ ਨਾਲ ਕੱਟ ਦੋ, ਕਿੰਨਾ ਆ ਗਿਆ ਤੁਹਾਡੇ ਕੋਲ x ਦੀ ਵੈਲਿਊ? ਬਸ ਇਹੀ ਤਾਂ ਪੁੱਛਿਆ ਸੀ ਉਹਨੇ ਕਿ x ਦੀ ਵੈਲਿਊ ਕੀ ਹੈ। x ਦੀ ਵੈਲਿਊ ਕੀ ਹੈ ਆਪਣੇ ਕੋਲ 50। x ਦੀ ਵੈਲਿਊ ਕੀ ਹੈ ਆਪਣੇ ਕੋਲ 50। ਸਮਝ ਆਇਆ ਸਭ ਨੂੰ? ਚਲਿਏ ਅੱਗੇ ਆਪਾਂ ਦੇਖ ਲਓ, ਜਿੱਥੇ ਦਿੱਕਤ ਆ ਰਹੀ ਹੈ ਕਰ ਲਓ ਇੱਕ ਵਾਰ, ਇਹਨੂੰ ਲਿਖ ਲਓ ਕਿ ਮੈਂ ਕਿਵੇਂ ਕਰਿਆ ਸਭ। ਬਸ ਇੰਪੋਰਟੈਂਟ ਸਟੈਪ ਕੀ ਸੀਗਾ? ਪਰਸੈਂਟੇਜ ਤੋਂ ਫ੍ਰੈਕਸ਼ਨ ਕਨਵਰਟ ਕਰਨਾ, ਪਰਸੈਂਟੇਜ ਤੋਂ ਫ੍ਰੈਕਸ਼ਨ ਕਨਵਰਟ ਕਰਨਾ। ਆ ਲਓ ਇਹ ਮੈਂ ਤੁਹਾਡੇ ਲਈ ਬਾਕਸ 'ਚ ਪਾਤਾ, ਠੀਕ ਹੈ। ਪਰਸੈਂਟੇਜ ਤੋਂ ਫ੍ਰੈਕਸ਼ਨ ਕਨਵਰਟ ਕਰਨਾ, ਤੇ ਮੇਰਾ ਆਂਸਰ ਕਿੰਨਾ ਆਇਆ 50। मेरा आंसर कितना आया 50, ठीक है। चलिए अगे आप, चलो लेट्स मूव फॉरवर्ड। ओके अगला क्वेश्चन करिए आप। चलो एक बार तुसी ट्राई करके देखो तुहाडे तो हुंदा, नहीं तो फिर मैं तो है ही करान नूं। चलो क्वेश्चन देखिए, क्वेश्चन कहंदा द डिफरेंस बिटवीन a number and its 3/5 is 274। क्या क्या बने दी पंजाबी की बनी या हिंदी क्या बनी है दी कि एक नंबर ते ओदे 3/5 ऑफ द नंबर दा डिफरेंस जो है 274 है। एक नंबर ठीक है तो ओदे 3/5 दा जेड़ा डिफरेंस है वो 274 है, ठीक है। अच्छा मैनू नहीं पता नंबर की है, इन्हें अगे पूछा व्हाट इज द 20% ऑफ द नंबर, व्हाट इज द 20% ऑफ द नंबर, ठीक है। चलो मैनू नहीं पता नंबर की है, तो मैं क्या लेट that number be x, है ना, let that number be x। अच्छा हुण ये कहंदा कि x माइनस 3/5 ऑफ इट, 3/5 x का की होगा मतलब 3/5 इंटू x, 3/5 इंटू x। मान लो मेरे को एक नंबर है 100, मैं तुहानूं कहा कि ओहदा हाफ कितना होगा, तुसीं की कहोगे सर ओहदा हाफ कितना होगा 50। क्यों? क्योंकि मैं इनू 1/2 ना मल्टीप्लाई करता। इदा ही जे मैं किसी भी नंबर का कमा कि 4/5 कितना होगा 5, ਇਹਦਾ 6/7 कितना होगा, तुसीं कुछ भी नहीं करना हुंदा, जो नंबर क्या है ना जिस नंबर का क्या पहला उस नंबर में लिखो ते जिन्ना ਉਹਦਾ क्या है कि 4/5 क्या है ਉਹਨੂੰ 4 ਉਹਨੂੰ मल्टीप्लाई कर दो, ਤੁਹਾਡੇ ਕੋਲ आंसर आ जाऊगा। जिमें इस केस च 80 आ गया, जिमें इस केस च 80 आ गया, समझ आई। चलो एक और केस होर देखते हैं। मान लो मैं क्या 100 का 7/8 दसो कितना आऊगा ये दसो, ये आ जाऊगा अपने को
35/4 35/4 फ्रैक्शन च रहन दो, कोई गल नहीं, जो नहीं सॉल्व हो रहा फ्रैक्शन च रहन दो। हुण मैं क्या कि मैनू 100 का 9/10 दसो कितना आऊगा, कितना आ जाऊगा 90, कितना आ जाऊगा 90। समझ आया सब नू? इत्थे तक सब ठीक है? चलो हुण आपां क्वेश्चन सॉल्व करिए। मेरी कल की क्लास से जुड़े रहो, कल ना आप परसेंटेज के किहो कंसैप्ट सीखांगे जिस तो तुहानूं बहुत ईजी हो जाएगी चीज़ां। अज मैं सोचा क्लास थोड़ा लाइट रखा क्योंकि अज आप ऑलरेडी बहुत सारे कंसैप्ट सीख लिया, तो मेरा सीगा कि तुहानूं ओवरलोड ना करा, आप बेसिक बेसिक कंसैप्ट तो शुरू करिए ताकि अपनी बेसिक बेसिक सेंस बनी रहे, है ना। चलो आओ हुण इहदा 3/5 ऑफ एक्स आपां हुण लिखना। मैं तुहानूं दसता किवें लिखांगे, 3/5 ऑफ एक्स दी देती ने 274। ਹੁਣ ਇਹਨੂੰ ਸੋਲਵ ਕਿਵੇਂ ਕਰਾਂਗੇ, ਦੇਖੋ ਜਦ ਇਹਦੇ ਥੱਲੇ ਕੁਛ ਨਾ ਹੋਵੇ ਨਾ, ਮੰਨ ਲਓ ਥੱਲੇ 1 ਇਹ ਥੱਲੇ ਕੀ ਹੈ 1, ਇਹ ਦੋਨੋਂ ਨੰਬਰਾਂ ਦਾ ਆਪਾਂ ਲੈਣੇ ਆ ਐਲਸੀਐਮ। ਜਿਹਨੂੰ ਹਾਲੇ ਐਲਸੀਐਮ ਨਹੀਂ ਪਤਾ, ਐਲਸੀਐਮ ਬਸ ਕੁਛ ਨਹੀਂ ਹੁੰਦਾ ਕਿ ਇਹ ਦੋਨਾਂ ਦਾ ਕਾਮਨ ਮਲਟੀਪਲ ਦੇਖਦੇ। ਜਿਵੇਂ ਇੱਥੇ 5 ਹੈ ਇੱਥੇ 1 ਹੈ ਤਾਂ ਥੱਲੇ ਦਾ ਹਮੇਸ਼ਾ ਐਲਸੀਐਮ 5 ਆਊਗਾ। ਫੋਰ ਐਗਜ਼ਾਮਪਲ ਮੰਨ ਲਓ ਮੇਰੇ ਕੋਲ ਇੱਕ ਨੰਬਰ ਹੈ x ਹੈ ਤੇ ਦੂਜਾ ਨੰਬਰ ਮੇਰੇ ਕੋਲ ਪਤਾ ਕੀ ਹੈ, ਮੇਰੇ ਕੋਲ 7/8 ਹੈ x ਦਾ, ਤੇ ਇਹਨਾਂ ਦਾ ਕਾਮਨ ਐਲਸੀਐਮ ਹਮੇਸ਼ਾ 8 ਆਊਗਾ। ਜਦ ਥੱਲੇ 1 ਹੋਵੇ ਨਾ ਤਾਂ ਜੋ ਬੜਾ ਨੰਬਰ ਹੁੰਦਾ ਉਹ ਬਸ ਥੱਲੇ ਲਿਖ ਦੋ, ਜੋ ਬੜਾ ਨੰਬਰ ਹੁੰਦਾ ਉਹ ਥੱਲੇ ਲਿਖ ਦੋ, ਠੀਕ ਹੈ। ਹਾਲੇ ਆਪਾਂ ਐਲਸੀਐਮ ਕੱਢਣਾ ਵੀ ਸਿੱਖਾਂਗੇ, ਹੌਲੀ ਹੌਲੀ ਹਰ ਚੀਜ਼ ਸਿੱਖਾਂਗੇ, ਪਰ ਜੋ ਚੀਜ਼ ਹਲੇ ਸਿਖਾ ਰਿਹਾ ਉਹ ਸਿੱਖੋ, ਹੈ ਨਾ। ਜਦ ਵੀ ਆਪਣੇ ਕੋਲ ਕੋਈ ਇਹੋ ਜਿਹਾ ਨੰਬਰ ਹੋਵੇ ਜਿਹਦੇ ਥੱਲੇ ਫ੍ਰੈਕਸ਼ਨ ਦੇ 1 ਹੋਵੇ ਤੇ ਇੱਥੇ ਕੁਝ ਵੀ ਨੰਬਰ ਹੋਵੇ ਤਾਂ ਜੋ ਬੜਾ ਨੰਬਰ ਹੈ ਉਹ ਥੱਲੇ ਆ ਜਾਂਦਾ ਦੋਨੋਂ ਨੰਬਰਾਂ ਦੇ, ਠੀਕ ਹੈ। ਹੁਣ ਇੱਥੇ ਆਪਣੇ ਕੋਲ ਕੀ ਆ ਗਿਆ 5। ਹੁਣ ਕੀ ਕਰਨਾ ਹੁੰਦਾ, ਇਸ ਨੰਬਰ ਨੂੰ ਇਸ ਨੰਬਰ ਨਾਲ ਕਰੋ ਡਿਵਾਈਡ, ਇਸ ਨੰਬਰ ਨੂੰ ਇਸ ਨੰਬਰ ਨਾਲ ਕਰੋ ਡਿਵਾਈਡ। जो डिवाइड करके थोड़ा आंसर आया ਉਹਨੂੰ ਉਹਦੇ ਨਾਲ ਕਰੋ ਮਲਟੀਪਲਾਈ, ਉਹਦੇ ਨਾਲ ਕਰੋ ਮਲਟੀਪਲਾਈ। ਸਮਝ ਆਏ? ਜਿਵੇਂ ਆਪਾਂ ਡਿਵਾਈਡ ਕੀਤਾ ਮੇਰੇ ਕੋਲ 5 ਆਇਆ ਤੇ ਇੱਥੇ ਕਿੰਨਾ ਆ ਜਾਊਗਾ, ਉੱਪਰ ਉਹਨੂੰ ਮਲਟੀਪਲਾਈ ਕਰਿਆ 5x, ਕਿੰਨਾ ਆ ਗਿਆ ਆਪਣੇ ਕੋਲ 5x। ਇਦਾਂ ਹੀ ਹੁਣ ਇਹਨੂੰ ਫੇਰ ਡਿਵਾਈਡ ਕਰੋ, ਆਪਣੇ ਕੋਲ ਕਿੰਨਾ ਆ ਗਿਆ ਦੱਸੋ, ਆਪਣੇ ਕੋਲ ਆ ਗਿਆ 1। ਉਸ ਤੋਂ ਬਾਅਦ 1 ਨੂੰ 3 ਨਾਲ ਮਲਟੀਪਲਾਈ ਕਰੋ ਕਿੰਨਾ ਆਊਗਾ, ਸੇਮ ਰਹੂਗਾ। ਇਹਦੀ ਵੈਲਿਊ ਕਿੰਨੀ ਆ ਗਈ 274, ਠੀਕ ਹੈ। ਕਿੰਨਾ ਆ ਗਿਆ ਆਪਣੇ ਕੋਲ ਇਹ 2x अपॉन 5 इज इक्वल टू 274। ਇਹਨੂੰ ਕਟਿੰਗ ਕਰ ਦੋ, ਇਹਦੀ ਕਿੰਨਾ ਆ ਗਿਆ ਤੁਹਾਡੇ ਕੋਲ 137 137। ਸਮਝ ਆਇਆ ਕਿਵੇਂ, ਕਿਉਂਕਿ 2 1s are 2 2 3s are 6 114 137। ਸਮਝ ਆਇਆ ਸਭ ਨੂੰ ਤੱਕ, ਠੀਕ ਹੈ। ਹੁਣ ਮੈਂ ਦੱਸਿਆ ਸੀ ਜਿਹੜਾ ਨੰਬਰ ਕਿਉਂ ਇਹਨੂੰ ਕਟਿੰਗ ਕੀਤੀ ਹੈ, ਜਿਹੜਾ ਨੰਬਰ ਉੱਪਰ ਨਿਊਮੀਨੇਟਰ ਉਹ ਥੱਲੇ ਜਾ ਕੇ ਡਿਨੋਮੀਨੇਟਰ, ਜਿਹੜਾ ਇੱਥੇ ਡਿਨੋਮੀਨੇਟਰ ਹੈ ਉਹ ਉੱਪਰ ਜਾ ਕੇ ਨਿਊਮੀਨੇਟਰ। ਹੁਣ ਆਪਾਂ ਇਹ ਕਰਾਂਗੇ ਕਿ x is equal to 137 इंटू 5। मैं इन्हें इरेज करने लगे, ठीक है। चलो हुण देखो मैं ना इसनों इत्थे भी छड़ सकदा मैनू, क्योंकि इस नंबर की लोड़ नहीं है। उन्हें मेरे तो क्या पूछा कि वट इज़ द 20% ऑफ द नंबर, वट इज़ द 20% ऑफ द नंबर। जिवें मैं तुहानूं हुणे सिखा के हटिया कि जिवें तुहानूं कहना 3/5 ऑफ द नंबर क्या हुंदा, आपां उहनूं उस वैल्यू नाल मल्टीप्लाई कर देंगे। हुण जे मैं इस नंबर 20% कढना ना, मैं सेम यही चीज़ करूँगा कि 137 इंटू 5, क्योंकि मैं अपना टाइम सेव करना, मल्टीप्लाई करना मैं इतने मल्टीप्लाई कर सकता, मैंने कोई दिक्कत नहीं है, पर मैं टाइम सेव करना मैं इस नंबर ने इतने छाड़ता क्योंकि मैंने पता कि मैं अगे 20% मल्टीप्लाई करना। मैं इतने क्या लिख दूंगा 20%, मैं इतने करूँगा 20%, हमेशा फ्रैक्शन फॉर्म च लैके आना। हुण इहदी कटिंग करो, ए आ गया 20, ए आ गया जी 20, कितना आ गया तुहाडा आंसर 137 ही आ गया आंसर। देखिया टाइम सेव कर लिया ਆਪਾਂ ਇਹ ਕਰਿਆ टाइम सेव कर लिया। इस करके ਤੁਹਾਨੂੰ ਇਹ ਚੀਜ਼ ਸਿਖਾ ਰਿਹਾ ਸੀਗਾ ਕਿ ਕਈ ਵਾਰ ਜ਼ਰੂਰੀ ਨਹੀਂ ਕਿ ਆਪਾਂ ਹਰ ਇੱਕ ਨੰਬਰ ਨੂੰ ਬੜਾ ਬੜਾ ਮਲਟੀਪਲਾਈ ਕਰਨਾ। ਪੂਰਾ ਕੁਐਸਚਨ ਪੜੋ, ਪੂਰਾ ਕੁਐਸਚਨ ਪੜ੍ਹਨ ਨਾਲ ਸਾਨੂੰ ਪਤਾ ਲੱਗਦਾ ਕਿ ਮੈਨੂੰ ਇਸ ਨੰਬਰ ਦੀ ਮਲਟੀਪਲਾਈ ਕਰਨ ਦੀ ਲੋੜ ਨਹੀਂ ਸੀਗੀ, ਕਿਉਂਕਿ ਮੈਂ ਅੱਗੇ ਉਹਨੂੰ ਇੱਕ ਨੰਬਰ ਨਾਲ ਮਲਟੀਪਲਾਈ ਕਰਨ ਜਾ ਰਿਹਾ ਤੇ ਉਹਨਾਂ ਦੀ ਕਟਿੰਗ ਹੋ ਜਾਊਗੀ। ਇਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ, ਇਹ ਜਾਂ ਐਕਸਪੀਰੀਅੰਸ ਤੋਂ ਆਉਂਦੀਆਂ ਨੇ, ਹੈ ਨਾ। ਜਦੋਂ ਉਹਨੂੰ ਐਕਸਪੀਰੀਅੰਸ ਹੋ ਜਾਂਦਾ ਤੁਹਾਨੂੰ ਸਮਝ ਆ ਲੱਗਦਾ ਕਿ ਹਾਂ ਕਿ ਅੱਛਾ ਇਹ ਚੀਜ਼ ਇਦਾਂ ਹੋ ਜਾਂਦੀ ਹੈ, ਇਸ ਚੀਜ਼ ਨੂੰ ਆਪਾਂ ਇਦਾਂ ਈਜ਼ੀ ਬਣਾ ਸਕਦੇ ਹਾਂ, ਠੀਕ ਹੈ ਨਾ। ਚਲੋ ਆਓ समझ आया, आंसर 137 ही आ गया, आंसर की आ गया 137। जब तुम क्लास थोड़े जे होर इंप्रूव हो जाओगे तो थोड़ा बेस बिल्ड हो जाऊगा। तुम यह क्वेश्चन तो मतलब कहना सर लैके भी ना हो, बहुत बेसिक क्वेश्चन ने, असी सॉल्व भी नहीं करना, इन्ने बेसिक क्वेश्चन ने, ठीक है। चलो अगले क्वेश्चन चलिए आप। जे डाउट है की करना है, कमेंट बॉक्स में मैंशन करना है। जे डाउट लैना है तो नंबर पर कॉल कर दो, नंबर पर कॉल करोगे उत्थे भी तुहानूं हैल्प मिल जूगी, ठीक है। चलो ओके अज आ गया अपने को वोटिंग वाला क्वेश्चन। मैंने लगता कि वोटिंग वाले क्वेश्चन च अपने को कंसैप्ट थोड़ा ज़्यादा हैवी हो जाऊगा, इन्हों आप अज लिए छड्ड दिंदे आ।
ਠੀਕ ਹੈ। ਮੈਂ ਤੁਹਾਨੂੰ ਇਹ ਦੇ ਕੇ ਜਾ ਰਿਹਾ ਹੋਮਵਰਕ। ਜਿਹੜੇ ਬੱਚੇ ਦਾ ਐਕਸਪੀਰੀਅੰਸ ਨੇ ਉਹ ਟਰਾਈ ਕਰੋ ਕਿ ਕਿਵੇਂ ਹੋ ਸਕਦਾ, ਕਿਉਂਕਿ ਕੱਲ੍ਹ ਨੂੰ ਮੈਂ ਆ ਕੇ ਖੁਦ ਕਰਾਊਂਗਾ ਤਾਂ ਤੁਹਾਨੂੰ ਲੱਗੂਗਾ ਕਿ ਸਰ ਨੇ ਕਿੰਨੇ ਸਹੀ ਤਰੀਕੇ ਨਾਲ ਕਰਾਤਾ ਤੇ ਬਹੁਤ ਈਜ਼ੀ ਹੋ ਗਿਆ ਸਾਡੇ ਲਈ। ਠੀਕ ਹੈ। ਜਿਹੜੇ ਬੱਚੇ ਨਵੇਂ ਨੇ ਉਹ ਇਹਨੂੰ ਹਲੇ ਛੱਡ ਦਿਓ, ਜੋ ਆਪਾਂ ਕਨਸੈਪਟ ਪੜ੍ਹਿਆ ਉਹਨੂੰ ਯਾਦ ਕਰਕੇ ਆਓ। ਮੈਨੂੰ ਪਰਸੈਂਟੇਜ ਚਾਰਟ ਕੱਲ੍ਹ ਯਾਦ ਕਰਕੇ ਆਓ ਮੇਰੇ ਨਾਲ, ਠੀਕ ਹੈ। ਤੇ ਪਰਸੈਂਟੇਜ ਚਾਰਟ ਤੋਂ ਇਹਨੂੰ ਯੂਜ਼ ਕਰਨਾ ਸਿੱਖੋ ਕਿ ਕਿੱਥੇ ਕਿੱਥੇ ਯੂਜ਼ ਕਰਨਾ, ਕਿਉਂਕਿ ਕੱਲ੍ਹ ਤੁਹਾਨੂੰ ਇੱਕ ਨਵੀਂ ਚੀਜ਼ ਸਿਖਾਵਾਂਗੇ ਜਿੱਥੇ ਤੁਹਾਨੂੰ ਪਰਸੈਂਟੇਜ ਚਾਰਟ ਦੀ ਬਹੁਤ ਜ਼ਿਆਦਾ ਲੋੜ ਪਊਗੀ। ਠੀਕ ਹੈ। ਇਸ ਕੁਐਸਚਨ ਦੇ ਕੇ ਤੁਹਾਡੇ ਲਈ ਹੋਮਵਰਕ। ਠੀਕ ਹੈ। ਅੱਜ ਦਾ ਸੈਸ਼ਨ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਠੀਕ ਹੈ। ਤੇ ਇਹਦੇ ਇਲਾਵਾ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਕਿ ਹੁਣ ਪੇਪਰ ਆ ਰਿਹਾ ਲਗਾਤਾਰ ਇਸ ਸਾਲ, ਤਾਂ ਇਸ ਕਰਕੇ ਆਪਣਾ ਪੂਰਾ ਐਫਰਟ ਦੇ ਦਿਓ, 100% ਐਫਰਟ ਦੇ ਦਿਓ। ਠੀਕ ਹੈ। ਇਹ ਤੁਹਾਡੀ ਗੋਲਡਨ ਓਪਰਚੁਨਿਟੀ ਹੈ ਨਾ। ਲਗਭਗ ਪੰਜਾਬ 'ਚ ਕਿਹਾ ਜਾ ਰਿਹਾ ਕਿ ਇਸ ਸਾਲ ਦੇਖਿਆ ਜਾਵੇ ਤਾਂ 3400 ਪੋਸਟਾਂ ਪੰਜਾਬ ਪੁਲਿਸ ਕਾਂਸਟੇਬਲ ਦੀਆਂ ਨੇ, 1000+ ਪੋਸਟਾਂ ਪਟਵਾਰੀ ਦੀ ਕਹਿ ਰਹੇ ਨੇ। ਠੀਕ ਹੈ। ਐਕਸਾਈਜ਼ ਇੰਸਪੈਕਟਰ ਦੀ ਪੋਸਟਾਂ ਹੀ ਹੋ ਗਈਆਂ 150+ ਤਾਂ ਕੋਆਪਰੇਟਿਵ ਦੀ ਵੀ ਕਹਿ ਰਹੇ ਨੇ ਜਿੰਨੀ ਵੀ ਆਣੀ ਆ, ਤਾਂ ਲਗਭਗ ਦੇਖਿਆ ਜਾਵੇ ਤਾਂ 4000+ ਜੋਬਸ ਤਾਂ ਹੈਗੀਆਂ ਹੀ ਨੇ, ਹੈ ਨਾ, ਪਲੱਸ ਜੋਬਸ ਨੇ। ਤਾਂ ਇਹ ਜੋਬਸ ਹੁਣ ਇੱਕ ਜੋਬ ਤੁਸੀਂ ਸਿਕਿਉਰ ਕਰ ਹੀ ਸਕਦੇ ਹੋ। ਮੈਨੂੰ ਲੱਗਦਾ ਜਿਹੜਾ ਡਿਜ਼ਰਵਿੰਗ ਬੱਚਾ, ਜਿਹੜਾ ਹਾਰਡ ਵਰਕਿੰਗ ਬੱਚਾ, ਇੱਕ ਜੋਬ ਤੇ ਸਿਕਿਉਰ ਕਰ ਹੀ ਸਕਦਾ ਇਰਰਿਸਪੈਕਟਿਵ ਆਫ ਐਨੀਥਿੰਗ। ਠੀਕ ਹੈ। ਤੇ ਹੁਣ ਤੁਸੀਂ ਹਾਰਡ ਵਰਕ ਕਰਨਾ, ਜੁੜੇ ਰਹਿਣਾ ਸੀਰੀਜ਼ ਨਾਲ, ਕਿੱਥੋਂ ਵੀ ਪੜ੍ਹੋ। ਮੈਂ ਨਹੀਂ ਕਹਿੰਦਾ ਜੇ ਮੇਰੀ ਪੜ੍ਹਾਈ ਵਧੀਆ ਲੱਗਦੀ ਹੈ ਮੇਰੇ ਤੋਂ ਪੜ੍ਹ ਲਓ, ਕਿਸੇ ਹੋਰ ਟੀਚਰ ਤੋਂ ਪੜ੍ਹ ਲਓ, ਕੋਈ ਚੱਕਰ ਨਹੀਂ, ਪਰ ਹੁਣ ਲੱਗੇ ਰਹੋ, ਹੁਣ ਪਿੱਛੇ ਨਾ ਹਟੋ। ਫੈਬ ਦੇ ਮੰਥ 'ਚ ਕਿਤੇ ਹੋਰ ਨਹੀਂ ਉਲਝਣਾ ਕਿ ਕਿਸੇ ਹੋਰ ਹਫਤੇ 'ਚ ਚੱਕਰ 'ਚ ਪੈ ਗਏ, ਹਫਤਾ ਖਰਾਬ ਕਰ ਲਿਆ। ਨਹੀਂ, ਫੈਬ ਦੇ ਮੰਥ 'ਚ ਤੁਸੀਂ ਸਿਰਫ ਤੇ ਸਿਰਫ ਆਪਣੇ ਬੇਸ ਬਿਲਡ ਕਰਨਾ, ਬਿਲਡ ਯੋਰ ਬੇਸ। ਠੀਕ ਹੈ। ਤੇ ਯੂਜ਼ ਕਰੋ ਉਹਨੂੰ ਆਪਣੇ ਕਨਸੈਪਟ ਸਟਰੋਂਗ ਕਰਨ ਲਈ। ਠੀਕ ਹੈ। ਕਨਸੈਪਟਸ ਨੂੰ ਸਟਰੋਂਗ ਕਰੋ ਆਪਣੇ। ਠੀਕ ਹੈ। ਮੈਂ ਐਕਸਾਈਜ਼ ਇੰਸਪੈਕਟਰ ਦੀ ਪ੍ਰੋਪਰ ਸਟ੍ਰੈਟਜੀ ਲੈ ਕੇ ਆ ਰਿਹਾ ਨੈਕਸਟ ਵੀਡੀਓ 'ਚ, ਜਿਸ 'ਚ ਆਪਾਂ ਡਿਸਕਸ ਕਰਾਂਗੇ ਕਿ ਹਾਂ ਅਸੀਂ ਕਿਵੇਂ ਕਿਵੇਂ ਚੀਜ਼ਾਂ ਨੂੰ ਟਾਰਗੇਟ ਕਰ ਸਕਦੇ ਹਾਂ, ਤੁਹਾਡੀ ਕੀ ਬੁੱਕ ਲਿਸਟ ਹੋ ਸਕਦੀ ਹੈ, ਤੁਸੀਂ ਕਿਵੇਂ ਪੜ੍ਹਨਾ, ਹਰ ਚੀਜ਼ ਦੀ ਵੀਡੀਓ ਲੈ ਕੇ ਆ ਰਹੇ ਹਾਂ। ਬਸ ਤੁਸੀਂ ਹੁਣ ਐਫਰਟ ਦੇਣਾ। ਟੀਚਰਸ ਤੁਹਾਡੇ ਨਾਲ ਜੁੜੇ ਹੋਏ ਨੇ, ਸਾਰੇ ਟੀਚਰਸ, ਜਿੰਨੇ ਵੀ ਟੀਚਰਸ, ਮੈਨੂੰ ਪਤਾ ਕਿ YouTube ਤੇ ਜਿੰਨੇ ਵੀ ਐਜੂਕੇਟਰਸ ਨੇ, ਉਹਨਾਂ ਦਾ ਇਹ ਬਿਲੀਫ ਹੁੰਦਾ ਕਿ ਬੱਚਿਆਂ ਨੂੰ ਜਿੰਨਾ ਹੋ ਸਕੇ ਬੈਸਟ ਐਜੂਕੇਸ਼ਨ ਕੰਟੈਂਟ ਦਿੱਤਾ ਜਾਵੇ। ਤੇ ਅੱਜ ਦੇ ਟਾਈਮ 'ਚ ਐਜੂਕੇਸ਼ਨ ਥੋੜ੍ਹੀ ਤਾਂ ਨੋਮੀਨਲ ਪ੍ਰਾਈਸ 'ਤੇ ਆਈ ਹੈ ਨਾ, ਕੁਛ ਨਾ ਕੁਛ ਲੋਕਾਂ ਦੇ ਇਨੀਸ਼ੀਏਟਿਵਸ ਕਰਕੇ, ਅਭੀ ਪੀਡੀਆ ਦੇ ਇਨੀਸ਼ੀਏਟਿਵਸ ਕਰਕੇ ਐਜੂਕੇਸ਼ਨ ਥੋੜ੍ਹੀ ਤਾਂ ਨੋਮੀਨਲ ਪ੍ਰਾਈਸ 'ਤੇ ਆਈ ਹੈ ਕਿ ਬੱਚਿਆਂ ਲਈ ਐਜੂਕੇਸ਼ਨ ਦਾ ਘੱਟੋ ਘੱਟ ਜਿਹੜਾ ਇਕਨੋਮਿਕ ਬਰਡਨ ਸੀਗਾ ਉਹ ਘਟਾ ਦਿੱਤਾ ਜਾਵੇ, ਹੈ ਨਾ। ਤੇ ਮਿਲਦੇ ਹਾਂ ਆਪਾਂ ਕੱਲ੍ਹ ਫਿਰ, ਹੈ ਨਾ। ਟੇਕ ਕੇਅਰ। ਬਦਲਦਾ ਮੌਸਮ ਹੈ, ਆਪਣੇ ਆਪ ਨੂੰ ਬਚਾ ਕੇ ਰੱਖੋ ਠੰਡ ਤੋਂ, ਹੈ ਨਾ। ਤੇ ਥੋੜ੍ਹੀ ਹੈਲਦੀ ਖਾਣਾ ਲਓ ਤੇ ਐਕਸਰਸਾਈਜ਼ ਡੇਲੀ ਕਰਨੀ ਹੈ, ਮੈਡੀਟੇਸ਼ਨ ਡੇਲੀ ਕਰਨੀ। ਠੀਕ ਹੈ। ਚਲੋ ਸੀ ਯੂ, ਟਾਟਾ, ਬਾਏ ਬਾਏ।